ਉਹਦਾ ਪਾਕ ਪਵਿੱਤਰ ਜਿਹੜਾ ਵਚਨ ਆ ਲੈ ਕੇ ਮੈਂ ਤੁਹਾਡੀ ਇਜ਼ਤ ਦੇ ਵਿੱਚ ਪਹੁੰਚ ਗਈ ਹੈ ਪਈਆਂ। ਤੁਹਾਡੀ ਜ਼ਰੂਰਤ ਮਤਲਬ ਕਿ ਪਰਮੇਸ਼ਰ ਖੁਦਾ ਯਿਸੂ ਦੀ ਜ਼ਰੂਰਤ ਤੁਹਾਡੀ ਉਹਦੇ ਵਿੱਚ ਪ੍ਰੈਜ਼ੈਂਸ ਤੁਹਾਡਾ ਉਹਦੇ ਵਿੱਚ ਹਾਜ਼ਰ ਹੋਣਾ ਖੁਦਾ ਯਿਸੂ ਦੀ ਜ਼ਰੂਰਤ ਵਿੱਚ ਤੁਹਾਡਾ ਮੈਂਬਰ ਹੋਣਾ ਤੁਹਾਡਾ ਹਾਜ਼ਰ ਹੋਣਾ। ਅਬਰਾਹਮ ਤੇ ਲੂਤ ਦਾ ਵੱਖ ਵੱਖ ਹੋਣਾ ਅਸੀਂ ਜੈਨੇਸਿਸ ਪੈਦਾਇਸ਼ ਦੇ 13ਵੇਂ ਚੈਪਟਰ ਤੋਂ ਸ਼ੁਰੂ ਕਰਨ ਜਾ ਰਹੇ। ਅਬਰਾਹਮ और उसकी पत्नी और सब कुछ जो ਉਹਦੇ ਕੋਲ ਸੀ और लूत जो ਉਹਦਾ ਭਤੀਜਾ ਉਹਦੇ ਨਾਲ ਮਿਸਰ ਤੋਂ ਦੱਖਣ ਦੇਸ਼ ਵੱਲ ਉਤਮ ਗਿਆ। ਅਬਰਾਹਮ ਡੰਗਰਾਂ ਤੇ ਸੋਨੇ ਚਾਂਦੀ ਵਿੱਚ ਵੱਡੇ ਮਾਲ ਧਨ ਵਾਲਾ ਸੀ। ਉਹ ਦੱਖਣ ਦਾ ਸਫ਼ਰ ਕਰਦਾ ਹੋਇਆ ਬੈਤਲ ਦੀ ਉਸ ਥਾਂ ਤੱਕ ਉੱਪੜਿਆ ਜਿੱਥੇ ਉਹ ਪਹਿਲਾਂ ਵੀ ਤੰਬੂ ਬੈਤਲ ਔਰ ਆਈ ਦੇ ਵਿਚਕਾਰ ਲਾਉਂਦਾ ਸੀ। अर्थात उस जगह की था ਜਿਹੜੀ ਕਿ ਉਸਨੇ ਪਹਿਲਾਂ ਬਣਾਈ ਸੀ ਜਿੱਥੇ ਅਬਰਾਹਮ ਨੇ ਯਹੋਵਾ ਦਾ ਨਾਮ ਲਿਆ। ਉਸ ਮਜ਼ਬੇ ਦੀ ਥਾਂ ਤੇ ਜੋ ਉਸਨੇ ਪਹਿਲਾਂ ਬਣਾਇਆ ਅਤੇ ਅਬਰਾਹਮ ਨੇ ਯਹੋਵਾ ਖੁਦਾ ਬਾਪ ਦਾ ਨਾਮ ਲਿਆ। ਲੂਤ ਕੋਲ ਵੀ ਜਿਹੜਾ ਅਬਰਾਹਮ ਨਾਲ ਚੱਲਦਾ ਸੀ ਜੋ ਗਾਈਆਂ ਬਲਦ ਭੇਡਾਂ ਤੰਬੂ ਸਨ ਉਸ ਦੇਸ਼ ਨੇ ਉਹਨਾਂ ਨੂੰ ਨਾ ਚੱਲਿਆ ਕਿ ਉਹ ਇਕੱਠੇ ਰਹਿਣ ਕਿਉਂਕਿ ਉਹਨਾਂ ਦਾ ਮਾਲ ਤਾਂ ਇੰਨਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। उपरांत अब्राहम के पालियां ते लूत के पालियां विच झगड़ा पै गया ते कनानी और फ्रिजी जनता उस वेले उस देश विच वसदी सी। अब्राहम ने लूत नूं कहा कि मेरे और तेरे पालियां विच झगड़ा ते नहीं होना चाहिए। कैसी भरा साडे कोल लिखिया भला तेरे अगे सारा देश नहीं पिया होया तू मेरे तो वखरा हो जा जे तू खब्बे पासे जावे तो मैं सज्जे जावांगा जे तू सज्जे पासे जावे तो मैं खब्बे जावांगा। सो लूत ने अपनी ਅੱਖਾਂ ਉਤਾਰ ਚੁੱਕੇ ਹਨ ਅਤੇ ਜ਼ਰਦਨ ਦੇ ਸਾਰੇ ਮੈਦਾਨ ਨੂੰ ਵੇਖਿਆ ਕਿ ਇਹ ਮੈਦਾਨ ਭਰਿਆ ਭਰਿਆ ਹੈ ਤੇ ਇਸ ਤੋਂ ਪਹਿਲਾਂ ਕਿ ਯਹੋਵਾ ਨੇ ਸਦੋਮ ਔਰ ਅਮੋਰਾ ਨੂੰ ਨਾਸ਼ ਕੀਤਾ ਉਹ ਚੰਗਾ ਭਲਾ ਸੀ ਤਰ ਸੀ ਜੋ ਉਹਦੇ ਬਾਗ ਵਰਗਾ ਹੀ ਸੀ ਤੇ ਅਥਵਾ ਸੁਆਰ ਨੂੰ ਜਾਂਦੇ ਹੋਏ ਮਿਸਰ ਦੇਸ਼ ਵਰਗਾ ਸੀ। ਲੂਤ ਨੇ ਆਪਣੇ ਲਈ ਜ਼ਰਦਨ ਦਾ ਸਾਰਾ ਮੈਦਾਨ ਚੁਣਿਆ ਅਤੇ ਲੂਤ ਪੂਰਬ ਵੱਲ ਚਲੇ ਗਿਆ ਅਤੇ ਇੱਕ ਦੂਸਰੇ ਤੋਂ ਵੱਖ ਹੋ ਗਏ। ਅਬਰਾਹਮ कनान के देश में वसया ते लूत उस मैदान के नगरों में वसया और सदोम और अमोरा विच उसने अपना तंबू जा लाया अते सदोम के मनुख आदमी जो है लगे बहुत ही बुरे और महा पापी सन। फिर यहोवा ने अब्राहम नूं लूत दे उस तो वखरे होण दे पिछों आख्या कि अपनी अखां खोल चुके सन जिस थां तो जिथे तो हुणे उत्तर वाल ते दक्षिण वाल ते पूर्व ते पश्चिम वाल वेख क्योंकि ये सारी धरती वेखदा मैं तेनों ते तेरे अंश नूं सदा लई देने वाला हाँ अते मैं तेरी अंश धरती धूड़ जिन्नी बढ़ावांगा कि कोई आदमी धरती की धूड़ नूं नहीं गिन सकता तेरे अंश नूं ना गिन सके। उठ से उस देश की लंबाई चौड़ाई विच फिर जिहड़ी मैं तैनूं देने वाला हाँ। अब्राहम ने अपना तंबू पुट्टिया ते ममरे दे विरुद्धां कोल जिथे हबरोन विच समझा वसिया ते उत्थे एक जगवेदी यहोवा बाप ने बनाई। बहुत ही इंटरेस्टिंग ਅਸੀਂ ਇੱਥੇ ਜ਼ਬਰਦਸਤ ਤਰੀਕਾ ਦੇਖਿਆ ਕਿ ਖੁਦਾ ਹਰ ਵਕਤ ਦੇ ਨਾਲ ਬੁਰਾਈ ਵਿੱਚ ਵੀ ਤੇ ਭਲਾਈ ਵਿੱਚ ਵੀ ਤੇ ਅਸੀਂ ਦੇਖਦੇ ਕਿ ਕਿਸ ਤਰ੍ਹਾਂ ਆਖਿਰ ਦਮ ਤੱਕ ਖੁਦਾ ਦੇ ਨਾਲ ਗੱਲ ਜਿਹੜਾ ਉਹ ਕਰ ਰਿਹਾ ਕਿ ਉਹ ਉਹਦੇ ਨਾਲ ਬਹੁਤ ਮਤਲਬ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਉਹਨੂੰ ਸਮਝਾ ਰਿਹਾ। ਅਸੀਂ ਇਹਨੂੰ ਇਹਦੀ ਐਕਸਪਲੇਨੇਸ਼ਨ ਦੇਖ ਕੇ ਉਸ ਤੋਂ ਪਿੱਛੋਂ ਅਸੀਂ ਜਿਹੜਾ ਨਾ ਓਬਵੀਅਸਲੀ ਜਾਣਦਾ ਹੈਗਾ ਆਪਣੇ ਚੈਪਟਰ ਜਿਹੜਾ ਮੈਥਿਊ 1 ਐਂਡ ਜੇ ਅਸੀਂ ਹਰ ਰੋਜ਼ ਦੀ ਉਹ ਦੇਖਦੇ ਹੈਗੇ ਆ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਉਹਨਾਂ ਦੇ ਪਿੱਛੇ ਲੜਾਈ ਹੁੰਦਾ ਇੱਥੇ ਕਾਰਨ ਦੱਸਿਆ ਹੈ ਕਿ ਵੀ ਲੜਾਈ ਕੋਈ ਜ਼ਰੂਰੀ ਨਹੀਂ ਹੁੰਦੀ ਕਿ ਸਾਡੇ ਕੋਲ ਪੈਸਾ ਧੇਲਾ ਜਦੋਂ ਘੱਟ ਹੋਵੇ ਤੇ ਤਾਂ ਹੀ ਹੁੰਦੀ ਹੈ। ਵੈਸੇ ਦੁਨੀਆ 'ਚ ਇਹ ਕਿਹਾ ਜਾਂਦਾ ਕਿ ਅਕਸਰ ਲੜਾਈਆਂ ਚੀਜ਼ਾਂ ਤੰਗੀ ਪਿੱਛੇ ਹੁੰਦੀਆਂ ਪਰ ਇੱਥੇ ਦੇਖਿਆ ਗਿਆ ਕਿ ਉਹਨਾਂ ਵਿੱਚ ਜਦੋਂ ਭਤੀਜੇ ਵਿੱਚ ਤੇ ਚਾਚੇ ਵਿੱਚ ਲੜਾਈ ਸਭ ਤੋਂ ਪਹਿਲੀ ਸ਼ੁਰੂ ਹੋਈ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਸੀ ਬਹੁਤ ਜ਼ਿਆਦਾ ਧਨਵਾਨ ਸੀ ਤੇ ਉਹਨਾਂ ਨੇ ਪਾਲੀਆਂ 'ਚ ਲੜਾਈ ਸ਼ੁਰੂ ਹੋਈ ਭਾਵੇਂ ਉਹਨਾਂ ਦੇ ਨੌਕਰਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਲੜਾਈ ਸ਼ੁਰੂ ਹੋਈ ਆ ਹਨਾ ਅਤੇ ਉਹਨਾਂ ਨੇ ਜਦੋਂ ਉਹਦਾ ਹੱਲ ਕੀਤਾ ਤੇ ਉਹਨਾਂ ਨੂੰ ਇੱਕ ਦੂਸਰੇ ਤੋਂ ਵੱਖ ਹੋਣਾ ਪਿਆ ਹਨਾ ਤੇ ਖੁਦਾ ਦੀ ਇਹ ਮਰਜ਼ੀ ਸੀ ਕਿ ਉਹ ਤੋਂ ਵੱਖ ਹੋਣਾ ਨਾ। ਅਸੀਂ ਕਈ ਵਾਰੀ ਕਹਿੰਦੇ ਕਿ ਅਸੀਂ ਖੁਦਾ ਦੀ ਮਰਜ਼ੀ ਨੂੰ ਜਾਣ ਕੇ ਵੀ ਆਪਣੀ ਮਰਜ਼ੀ ਨੂੰ ਉਹਦੇ ਤੇ ਥੱਪੀ ਜਾਂਦੇ ਨੇ। ਅਸੀਂ ਕਹਿੰਦੇ ਨਹੀਂ ਐ ਨਹੀਂ ਹੋਵੇ ਖੁਦਾ ਦੀ ਮਰਜ਼ੀ ਹੋ ਸਕਦੀ ਕੋਈ ਮੈਨੂੰ ਇਹ ਪਸੰਦ ਨਹੀਂ ਮੈਨੂੰ ਕੋਈ ਨਹੀਂ। ਹਾਲਾਂਕਿ ਖੁਦਾ ਦੀ ਮਰਜ਼ੀ ਹੁੰਦੀ ਆ ਕਿ ਤੁਹਾਨੂੰ ਚੁੱਪਾਂਤ ਰਹਿਣ ਦਾ ਮੌਕਾ ਮਿਲੇ ਇਕਾਂਤ 'ਚ ਜਾਣ ਦਾ ਮੌਕਾ ਮਿਲੇ ਤਾਂ ਕਿ ਤੁਸੀਂ ਲੜਾਈ ਤੋਂ ਪਰੇ ਹੋ ਜਾਓ ਹਨਾ। ਦੂਸਰੀ ਅਸੀਂ ਇਹਦੇ ਵਿੱਚ ਦੇਖੀਏ ਕਿ ਸਾਡੇ ਲੋਕਾਂ ਦੀ ਜਿਹੜੀ ਮੋਤੀ ਖੁਦਾ ਦੇ ਵਿੱਚ ਉਹਦੇ ਲਈ ਬਹੁਤ ਜ਼ਰੂਰੀ ਹੈ ਲੜਾਈ ਤੋਂ ਪਰੇ ਰਹਿਣਾ ਬਹੁਤ ਜ਼ਰੂਰੀ ਹੈ ਚਲਾਕੀਆਂ ਤੋਂ ਉਦਾਸੀਆਂ ਤੋਂ ਏਦਾਂ ਦੇ ਮਤਲਬ ਝੂਠਿਆਂ ਚੀਜ਼ਾਂ ਤੋਂ ਝੂਠੇ ਗੁਰੂਆਂ ਤੋਂ ਝੂਠੇ ਰੱਬਾਂ ਤੋਂ ਪਰੇ ਰਹਿਣਾ
क्योंकि जिन्ना ਅਸੀਂ ਦੁਨੀਆ ਦੇ ਨਾਲ ਵਿੱਚ ਵਿਚਰਦੇ ਆ ਉਹਨੇ ਅਸੀਂ ਦੁਨੀਆ ਦੇ ਲੋਕਾਂ ਨੂੰ ਆਪਣੇ ਰੱਬ ਮੰਨਦੇ ਆ ਕਿਸੇ ਨੂੰ ਅਸੀਂ ਕਹਿ ਦਿੰਦੇ ਆ ਕਿ ਤੂੰ ਮੇਰੇ ਤੇ ਕੋਈ ਬਣਾਉਣਾ ਇਸ ਕਰਕੇ ਮੇਰਾ ਰੱਬ ਹੈ मतलब ਰੱਬ ਤੋਂ ਇਹ ਨਹੀਂ ਕਿ ਤੁਸੀਂ ਉਹਨੂੰ ਸੱਚੀ ਰੱਬ ਮੰਨਦੇ ਤੁਸੀਂ ਉਹਨੂੰ ਰੱਬ ਨੂੰ ਪੂਜਣਾ ਸ਼ੁਰੂ ਕਰ ਦੇ ਰੱਬ ਨੂੰ ਤੁਸੀਂ ਉਹਦੀ ਮਹਿਮਾ ਕਰਨ ਲੱਗ ਪੈਂਦੇ ਆ ਤੇ ਉਹ ਤੱਕ ਤੁਹਾਨੂੰ ਕਦੇ ਵੀ ਪਤਾ ਨਹੀਂ ਇਸ ਕਰਕੇ ਕਈ ਵਾਰੀ ਤੁਹਾਡਾ ਆਪਣਾ ਆਪ ਵਿੱਚ ਹੀ ਰਹਿਣਾ ਵੀ ਠੀਕ ਹੁੰਦਾ ਤੇ ਕਈ ਵਾਰੀ ਇਹ ਹੈਗਾ ਕਿ ਮਤਲਬ ਤੁਹਾਨੂੰ ਤੁਸੀਂ ਆਪਣੇ ਆਪ ਤੋਂ ਉੱਠ ਕੇ ਨੂੰ ਮਿਲ ਕੇ ਉਹਨੂੰ ਖੁਦਾ ਦਾ ਬਚਨ ਸੁਣਾਉਣਾ ਸਾਨੂੰ ਮਿਲਣ ਲਈ ਕਿਹਾ ਆ ਪਰ ਇਸ ਲਈ ਨਹੀਂ ਮਿਲਣ ਲਈ ਕਿਹਾ ਕਿ ਉਹਨਾਂ ਨੂੰ ਉਹਦੀ ਪੂਜਾ ਕਰਕੇ ਉਹਨਾਂ ਨੂੰ ਰੱਬ ਦੀ ਜਗ੍ਹਾ ਦੇ ਦਿਓ ਖੁਦਾ ਦੀ ਜਗ੍ਹਾ ਦੇ ਦਿਓ ਇਹ ਕਰਿਆ ਕਿ ਉਹਨਾਂ ਨੂੰ ਰੱਬ ਦਾ ਨਾਂ ਦੱਸੋ ਉਹਦੇ ਨਾਲ ਜੋੜੋ ਇਕੱਠੇ ਮਹਿਮਾ ਕਰੋ ਉਹਦੀ ਇਕੱਠੇ ਉਹਦੀ ਗੱਲ ਕਰੋ ਤੁਹਾਡਾ ਫੋਕਸ ਇੱਕ ਦੂਜੇ ਦੀ ਮਹਿਮਾ ਕਰਨੀ ਨਹੀਂ ਇੱਕ ਦੂਜੇ ਨੂੰ ਵਧਾਉਣਾ ਨਹੀਂ ਇੱਕ ਦੂਜੇ ਦੀ ਵਡਿਆਈ ਕਰਨਾ ਨਹੀਂ ਖੁਦਾ ਦੀ ਮਹਿਮਾ ਕਰਨੀ ਤੇ ਖੁਦਾ ਨੂੰ ਵਧਾਉਣਾ ਖੁਦਾ ਨੂੰ ਵਧਾਉਣ ਦਾ ਤੁਹਾਡਾ ਫੋਕਸ ਹੋਣਾ ਚਾਹੀਦਾ ਪਰ ਅਸੀਂ ਜਦੋਂ ਫੋਕਸ ਤੋਂ ਢਲ ਜਾਂਦੇ ਅਸੀਂ ਜਾਣਦੇ ਵੀ ਨਹੀਂ ਕਿ ਅਸੀਂ ਮਨੁੱਖਾਂ ਦੀ ਮਹਿਮਾ ਕਰਦੇ ਆਦਮੀ ਦੀ ਮਹਿਮਾ ਕਰਦੇ ਆ ਉਹਨਾਂ ਨੂੰ ਕੁਝ ਕਰਨ ਦੀ ਸਾਰੀ ਤਾਕਤ ਖਰਚਦੇ ਆ ਤੇ ਉਦੋਂ ਅਸੀਂ ਐਕਚੁਅਲੀ ਖੁਦਾ ਸਾਡੇ ਕੋਲ ਹੀ ਖੜਾ ਹੁੰਦਾ ਤਾਂ ਅਸੀਂ ਉਹਨੂੰ ਛੱਡ ਕੇ ਤੇ ਆਦਮੀ ਦੀ ਸਿਫਤ ਕਰ ਰਹੇ ਹਾਂ ਉਹਦੀ ਸਲਾਹ ਕਰਾਂਗੇ ਕਿ ਅਸੀਂ ਕਹਿੰਦੇ ਤੇਰੇ ਵਰਗਾ ਤਾਂ ਕੋਈ ਹੈ ਨਹੀਂ ਤੇਰੇ ਵਾਂਗੂ ਕੋਈ ਗਾ ਨਹੀਂ ਸਕਦਾ ਤੇਰੇ ਵਾਂਗੂ ਕੋਈ ਲਿਖ ਨਹੀਂ ਸਕਦਾ ਤੇਰੇ ਵਾਂਗੂ ਕੋਈ ਤੇਰੀਆਂ ਤਾਂ ਅੱਖਾਂ ਵੀ ਇੰਨੇ ਸੋਹਣੇ ਬਣਾਏ ਤੇ ਬੁੱਲ ਨੂੰ ਕਿੰਨੇ ਸੋਹਣੇ ਬਣਾਏ ਤੇਰਾ ਤਾਂ बेशक कोई शक नहीं उन्हें अखा बनाया कोई शक नहीं उन्हें बुल बनाया कोई शक नहीं उन्हें सोना सारा कुछ दिता पर जिन्हें दिता वो बड़ा है जिन्हें जिहदे कोल आ गया वो बड़ा जिहदे कोल कोई चीज होंदी ते जिंदा वो बड़ा है कि ਉਹਦੇ ਕੋਲ ਸੀ ਫਿਰ ਵੀ ਉਹਨੇ ਫੈਸਲਾ ਕੀਤਾ ਕਿ ਤੁਹਾਨੂੰ ਦੇਣਾ ਇਸ ਕਰਕੇ ਸਾਨੂੰ ਨਾ ਖੁਦਾ ਦੀ ਮਹਿਮਾ ਜਿਹੜੀ ਹੈ ਉਹਦੀ ਮਰਜ਼ੀ ਆ ਉਹਦੀ ਮਤਲਬ ਉਹਦੀ ਭਲਾਈ ਜਿਹੜੀ ਸਾਡੇ ਜਿਹੜੇ ਵਿੱਚ ਉਹਨੂੰ ਦੇਖਣ ਦੀ ਲੋੜ ਹੁੰਦੀ ਯੂ ਟੇਕ ਦ ਲੈਫਟ ਦੇਖੋ ਇੱਥੇ ਉਹਦਾ ਐਡਾ ਵੱਡਾ ਦਿਲ ਹੈ ਕਿ ਉਹ ਕਹਿੰਦਾ ਤੂੰ ਚੁਣ ਲਾ ਜਿਹੜਾ ਪਾਸਾ ਤੈਨੂੰ ਚਾਹੀਦਾ ਆ ਤੂੰ ਲੈ ਲਾ ਮਤਲਬ ਤੁਸੀਂ ਵਾਕਈ ਏਦਾਂ ਹੋਣਾ ਮੈਂ ਕਹਿੰਦੀ ਹਾਂ ਕਿ ਇਹ ਤੋਂ ਸਾਨੂੰ ਬਹੁਤ ਵੱਡਾ ਸਬਕ ਸਾਨੂੰ ਸਿੱਖਣ ਦੀ ਲੋੜ ਆ ਕਿ ਇਹ ਬਹੁਤ ਔਖਾ ਲੱਗਦਾ ਹੈ ਕਈ ਵਾਰੀ ਸਾਨੂੰ ਏਦਾਂ ਹੀ ਆਪਣੇ ਭਰਾਵਾਂ ਭੈਣਾਂ ਨੂੰ ਕਹਿਣਾ ਚਾਹੀਦਾ ਹੈ ਜਦੋਂ ਅਸੀਂ ਮਤਲਬ ਕਿਸੇ ਉਹਨਾਂ ਦੇ ਸੱਟ ਕੁਝ ਨੂੰ ਕਹੇ ਜਿਹੜਾ ਭਰੇ ਹੋਈ ਜਗ੍ਹਾ ਦੇ ਚੁੱਕਾ ਕਿ ਜਿਹੜਾ ਤੈਨੂੰ ਚੰਗਾ ਲੱਗਦਾ ਤੂੰ ਚੁਣ ਲੈ ਪਰ ਫਿਰ ਇਹ ਨਹੀਂ ਹੋਣਾ ਚਾਹੀਦਾ ਕਿ ਫਿਰ ਉੱਥੇ ਰੋਜ਼ ਟਿੰਡ 'ਚ ਗਲੇਲਾ ਪਾਏ ਰੱਖੋ ਉਹਨੂੰ ਦੇ ਕੇ ਵੀ ਫਿਰ ਵੀ ਟਿੰਡ ਦੇ ਵਿੱਚ ਗਲੇਲਾ ਫਸੀ ਜਾਵੇ ਤੇ ਵੱਜੀ ਜਾਵੇ ਨਹੀਂ ਜਿਹੜਾ ਉਹਨੇ ਕਿਹਾ ਉਹਨੇ ਤੇ ਨਜ਼ਰ ਆਉਂਦਾ ਉਹਨੇ ਕਿ ਜਿਹੜਾ ਪਾਸੇ ਤੂੰ ਜਾਣਾ ਤੂੰ ਚਲੇ ਜਾ ਤੇ ਜਿਹੜਾ ਤੈਨੂੰ ਚੰਗਾ ਲੱਗਦਾ ਚੰਗਾ ਪਰ ਉਦੋਂ ਪਿੱਛੇ ਫਿਰ ਦੂਜੇ ਪਾਸੇ ਗਿਆ ਜਾ ਕੇ ਉਹਨੇ ਖੁਦਾ ਦਾ ਕੰਮ ਮੰਨਿਆ ਖੁਦਾ ਨੂੰ ਦੱਸਿਆ ਕਿ ਮੈਂ ਤੇਰੀ ਇੰਨੀ ਅੰਸ਼ ਵਧਾਉਣੀ ਕਿ ਜਿੰਨੀ ਰੇਤਾ ਹੈਗੀ ਜ਼ਮੀਨ ਦੇ ਉੱਤੇ ਗਿਣੀ ਨਹੀਂ ਜਾਂਦੀ ਧਰਤੀ ਤੋਂ ਇਹ ਨਹੀਂ ਫਿਰ ਉਹਨੇ ਉੱਥੇ ਜਾ ਕੇ ਉਹਨੂੰ ਘੜੀ ਪਿੱਛੋਂ ਫਿਕਰ ਕਰਕੇ ਪੁੱਛ मेरा पुत्र मेरा भतीजा नहीं बिल्कुल नहीं ਕੀਤਾ है ना ਉਹਨੇ ਉੱਥੇ ਉਹਨੂੰ ਵਸਣ ਦਿੱਤਾ ਜਿਹੜੀ ਚੀਜ਼ ਉਹਨੇ ਚੁਣੀ ਉੱਥੇ ਉਹ ਗਿਆ ਆ ਸੈਪਰੇਸ਼ਨ ਜਿਹੜੀ ਉਹਦੇ ਵਿੱਚ ਕਰ ਦੋ ਉਹਨਾਂ ਦੀ ਹੋਈ ਇਹ ਖੁਦਾ ਵੱਲੋਂ ਸੀ ਤੇ ਉਹਨੂੰ ਜੀਆ ਕਿਹਾ ਉਹਨੂੰ ਅਲਾਉ ਕੀਤਾ ਉਹਨੂੰ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਉਸ ਸੈਪਰੇਸ਼ਨ ਨੂੰ ਜਿਹੜੀ ਉਹਨੂੰ ਵਧਾਈ ਦਿੱਤੀ ਕਿ ਇਹ ਜ਼ਰੂਰੀ ਸੀਗਾ ਨਾ ਮਤਲਬ ਇੱਥੇ ਸਾਨੂੰ ਇਹਨੂੰ ਆਪਣੀ ਜ਼ਿੰਦਗੀ ਵਿੱਚ ਵੀ ਲੈਣ ਦੀ ਲੋੜ ਤੁਸੀਂ ਪਹਿਲੇ ਕੁਰਿੰਥੀਆਂ ਦੇ ਚੌਥੇ ਚੈਪਟਰ ਦੀ 18ਵੀਂ ਆਇਤ ਵਿੱਚ ਵੀ ਪੜ੍ਹ ਸਕਦੇ ਹੋ ਇਹਦੇ ਬਾਬਤ ਕਿਉਂਕਿ ਉਹਦੇ ਵਿੱਚ ਨਹੀਂ ਜਾਊਂਗੀ ਤੇ ਬਹੁਤ ਵੱਡਾ ਹੋ ਜਾਣਾ ਆਪਣੇ ਸਾਰੇ ਸੈਸ਼ਨ ਸੋ ਤੁਸੀਂ ਦੇਖ ਸਕਦੇ ਕਿ ਸਾਨੂੰ ਜਿਹੜੀ ਜ਼ਿੰਦਗੀ ਤੇ ਜਿਹੜੀ ਡਿਸਟਰਕਸ਼ਨ ਜਿਹੜੀ ਹੁੰਦੀ ਨਾ ਕਿ ਸਾਨੂੰ ਲੱਗਦਾ ਹੁੰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਚੜ੍ਹਦੇ ਸੂਰਜ ਵਾਂਗੂ ਹਵਾ ਲੈ ਕੇ ਆ ਗਿਆ ਮਤਲਬ ਕਦੋਂ ਧੁੱਪ ਨਜ਼ਰ ਆਉਂਦੀ ਹੈ ਸਾਰਾ ਕੁਝ ਠੀਕ ਹੈ ਪਰ ਐਕਚੁਅਲੀ ਉਹ ਜ਼ਿੰਦਗੀ ਚ ਟਿਕਸ਼ਨ ਟਾਈਮ ਹੁੰਦਾ ਕਿ ਤੁਹਾਡੇ ਤੇ ਖੁਦਾ ਦੇ ਵਿੱਚ ਇੰਨਾ ਕੁਝ ਸਾਰਾ ਕੁਝ ਇੰਨਾ ਸੋਹਣਾ ਚੱਲ ਰਿਹਾ ਹੁੰਦਾ ਕਿ ਸ਼ੈਤਾਨ ਉਹਨਾਂ ਨੂੰ ਇੱਕ ਡਿਸਟਰਕਸ਼ਨ ਤੇ ਡਿਸਟਰੈਕਟ ਕਰਨ ਲਈ ਤੁਹਾਨੂੰ ਲਿਆਉਂਦਾ ਜਦੋਂ ਤੁਸੀਂ ਕਿਸੇ ਧਿਆਨ ਹੋਰ ਥਾਂ ਪਾਓ ਨਾ ਬੱਚੇ ਜਦੋਂ ਰੋਈ ਜਾਵੇ ਤੁਸੀਂ ਉਹਦਾ ਕੋਈ ਚੀਜ਼ ਲੈ ਕੇ ਉਹਦਾ ਧਿਆਨ ਹੋਰ ਬੰਨੇ ਪਾ ਦਿਓ ਏਦਾਂ ਹੀ ਸ਼ੈਤਾਨ ਉਦੋਂ ਤੁਹਾਡਾ ਧਿਆਨ ਹੋਰ ਬੰਨੇ ਪਾਉਣ ਨੂੰ ਉਹ ਜਿਹੜੀ ਡਿਸਟਰਕਸ਼ਨ ਆ ਉਹ ਮਤਲਬ ਤੁਹਾਡੇ ਦਿਮਾਗ ਨੂੰ ਫੇਰਨ ਵਾਲੀ ਚੀਜ਼ ਤੁਹਾਡੇ ਅੱਗੇ ਲਿਆ ਦਿੰਦਾ ਹੈ ਨਾ ਉਹ ਕਿਸੇ ਇਨਸਾਨ ਦੇ ਰੂਪ ਚ ਤੁਹਾਡੇ ਸਾਹਮਣੇ ਲਿਆਂਦਾ ਤੇ ਰੱਬ ਆਲਣ ਦਿੰਦਾ ਖੁਦਾ ਕਹਿੰਦਾ ਕਿ ਅੱਛਾ ਮੈਨੂੰ ਪਤਾ ਤਾਂ ਲੱਗੇ ਨਾ ਕਿ ਇਹਦੇ ਏਦਾਂ ਕਰਨ ਤੋਂ ਧਿਆਨ ਭਟਕਦਾ ਕਿ ਨਹੀਂ ਭਟਕਦਾ ਭਟਕੇ ਦਾ ਮਤਲਬ ਤੁਹਾਨੂੰ ਹੋਰ ਹਜੇ ਖੁਦਾ ਦੇ ਵਿੱਚ ਪੱਕਾ ਹੋਣ ਦੀ ਲੋੜ ਹੈ ਤੇ ਉਹ ਵੀ ਰਹਿਣ ਨਹੀਂ ਦਿੰਦਾ ਉਹ ਕਹਿੰਦਾ ਚੱਲ ਕੋਈ ਨਹੀਂ ਇਹਨੂੰ ਜਾਣਦੇ ਹਜੇ ਇੱਥੇ ਤਾਂ ਕਿ ਧਿਆਨ ਤੇ ਮੈਂ ਰੱਖਣਾ ਹੀ ਓਵਰਆਲ ਤੇ ਮੇਰੇ ਰਿਸ਼ਤੇ ਦੇ ਨਾਲ ਹੀ ਹੈ ਇਸ ਕਰਕੇ ਸਾਨੂੰ ਸੈਪਰੇਸ਼ਨ ਜਿਹੜੀ ਬਹੁਤ ਜ਼ਰੂਰੀ ਫਿਰ ਦੁਬਾਰਾ ਅਸੀਂ 14ਵੇਂ ਪੈਰੇ ਦੇ ਵਿੱਚ ਦੇਖਦੇ ਹਾਂ ਇਹਦੇ ਕਿ ਸੈਪਰੇਸ਼ਨ ਨੂੰ ਖੁਦਾ ਨੇ ਜਿਹੜੀ ਇੱਥੇ ਭਾਈਆਂ ਦੇ ਵਿੱਚ ਇੱਕ ਦਾ ਦੂਸਰੇ ਪਾਸੇ ਜਾਣਾ ਦੂਸਰੇ ਪਾਸੇ ਜਾਣਾ ਉਹਨੇ ਮਤਲਬ ਵਡਿਆਇਆ ਆ ਉਹਨੂੰ ਦੁਰਕਾਰਿਆ ਨਹੀਂ ਜਦੋਂ ਕਿਸੇ ਗਾਂ ਜਾ ਕੇ ਖੁਦਾ ਯਿਸੂ ਮਸੀਹ ਵੀ ਪੜ੍ਹ ਲਿਆ ਉਹਨੂੰ ਕਹਿੰਦਾ ਤੇਰੇ ਭਾਈ ਦੀ ਅੱਖ ਦੇ ਵਿੱਚ ਜੇ ਮਤਲਬ ਤੂੰ ਉਹਦੇ ਚੋਂ ਤੀਰ ਨਾ ਲੱਭ ਤੇਰੀ ਆਪਣੀ ਅੱਖ ਉਹਦਾ ਕੱਖ ਨਾ ਲੱਭ ਤੇਰੀ ਆਪਣੇ ਆਪ ਵਿੱਚ ਤੀਰ ਉਹ ਵੱਖਰੀ ਗੱਲ ਤੁਸੀਂ ਪਰੇ ਹੋਗੇ ਕਿ ਆਪਣੇ ਭਰਾ ਦਾ ਫਾਇਦਾ ਨਹੀਂ ਕਰ ਸਕਦੇ ਤੁਸੀਂ ਪਰੇ ਹੋਗੇ ਇੱਕ ਦੂਜੇ ਤੋਂ ਆਪਣੇ ਪਰਿਵਾਰ ਦੀ ਲੁੱਕ ਆਫਟਰ ਕਰਦੇ ਕਿ ਆਪਣੇ ਭਰਾ ਨੂੰ ਤੁਸੀਂ ਦੇਖ ਨਹੀਂ ਸਕਦੇ ਤੁਸੀਂ ਨੌਕਰ ਨਹੀਂ ਰੱਖ ਕੇ ਦੇ ਸਕਦੇ ਆਪਣੇ ਭਰਾ ਲਈ
ਜੇ ਤੁਸੀਂ ਜ਼ਿਆਦਾ ਇੰਟਰਸਟ ਉਹਦੀ ਜ਼ਿੰਦਗੀ ਵਿੱਚ ਹੈਗੇ ਆ ਤਾਂ ਤੁਹਾਨੂੰ ਹੈਗਾ, ਪਰ ਤੁਸੀਂ ਆਪਣੀ ਗਰੋਥ ਨੂੰ ਜੇ ਵਧਣ ਦੇ ਵਿੱਚ ਖੁਦਾ ਦਾ ਕਹਿਣਾ ਨਹੀਂ ਮੰਨਦੇ ਤੇ ਫਿਰ ਤੁਸੀਂ ਸ਼ੈਤਾਨ ਦਾ ਕਹਿਣਾ ਮੰਨ ਰਹੇ ਆ, ਸਿੰਪਲੀ, ਹੈ ਨਾ। ਇਸ ਕਰਕੇ ਤੁਸੀਂ ਇਹਨੂੰ 15 ਐਸੀ ਜਿਹੜੀ ਖੁਦਾ ਨੇ ਸਾਨੂੰ ਦਿੱਤੀ ਹੈਗੀ ਆ ਇੱਥੇ ਆਹ ਸੀਖ, ਉਹਨੂੰ ਤੁਸੀਂ ਲੂਕ 9 ਦੀ 3ਵੀਂ ਆਇਤ ਦੇ ਵਿੱਚ ਵੀ ਪੜ੍ਹ ਸਕਦੇ ਆ, ਤੇ ਤੁਸੀਂ ਇਹਨੂੰ ਮੱਤੀ 10ਵੇਂ ਦੀ 7ਵੀਂ ਆਇਤ ਵੀ ਪੜ੍ਹ ਸਕਦੇ ਆ। ਜਦੋਂ ਪੜ੍ਹਿਆ ਤੁਹਾਨੂੰ ਇਹਦੇ ਵਿੱਚ ਮਤਲਬ ਫੁਲਫਿਲਮੈਂਟ ਨਜ਼ਰ ਆਏਗੀ। ਉਸ ਤੋਂ ਪਿੱਛੋਂ ਤੁਸੀਂ ਇਹ ਦੇਖਦੇ ਕਿ ਖੁਦਾ ਦਾ ਇਨਵੀਟੇਸ਼ਨ ਹੈ ਅਬਰਾਮ ਨੂੰ, ਕਿ ਤੁਹਾਨੂੰ ਸਾਫ਼ ਲੱਗਦਾ ਹੈ ਇਹਦੇ 15ਵੇਂ ਤੋਂ ਲੈ ਕੇ 18ਵੀਂ ਆਇਤ ਦੇ ਵਿੱਚ ਕਿ ਉਹਨੇ ਉਹਨੂੰ ਵਾਅਦਿਆਂ ਦਾ ਉਹਦੇ ਸਾਹਮਣੇ ਵਾਅਦੇ ਰੱਖ ਦਿੱਤੇ ਆ, ਜਿਹੜੇ 6000 ਵਾਅਦੇ ਸਾਨੂੰ ਇਹਦੇ ਚ ਮਿਲਦੇ ਆ ਕਲਾਮ ਦੇ ਵਿੱਚ। ਉਹਨੇ ਉਹਨਾਂ ਵਿੱਚੋਂ ਉਹ ਇੱਕ ਵਾਅਦਾ ਉਹਦੇ ਚ ਪੂਰਾ ਰੱਖ ਦਿੱਤਾ, ਕੋਈ ਇੰਨੀ ਉਹਦੀ ਅੰਸ਼ੋਧ ਆਏਗਾ। ਤੇ ਕਦੋਂ ਜਦੋਂ ਕੁਛ ਵੀ ਦੇਖਣ ਨੂੰ ਹੁੰਦਾ, ਉਹ ਮਤਲਬ ਕਿੰਨੇ 75 ਸਾਲਾਂ ਦਾ ਹੋ ਗਿਆ ਹੁੰਦਾ ਤੇ ਕੱਖ ਨਹੀਂ ਉਹਦੇ ਕੋਲ ਹਜੇ ਦੇਖਣ ਲਈ ਹੁੰਦਾ, ਨਾ ਕੋਈ ਬੱਚਾ ਹੁੰਦਾ, ਉਹਦੀ ਵਾਈਫ ਜਿਹੜੀ ਆ ਉਹ ਪਹੁੰਚੀ ਹੁੰਦੀ ਆ, ਤੇ ਪਰ ਉਹਦੇ ਮੂਹਰੇ ਉਹਨੇ ਵਾਅਦਾ ਰੱਖਿਆ ਉਸ ਵੇਲੇ, ਤਾਂ ਉਹਨੇ ਵੀ ਉਸ ਵਾਅਦੇ ਤੇ ਮੰਨਿਆ, ਯਕੀਨ ਕੀਤਾ। ਉਹਨੇ ਨਹੀਂ ਕਿਹਾ ਕਿ ਨਹੀਂ 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 ਇਹ ਤਾਂ ਹੋ ਹੀ ਨਹੀਂ ਸਕਦਾ, ਕਿਉਂਕਿ ਉਹ ਐਕਚੁਅਲੀ ਅਬਰਾਹਮ ਸਾਨੂੰ ਨਜ਼ਰ ਆਉਂਦਾ ਹੈ ਕਿ ਉਹਦੇ ਮਾਂ-ਬਾਪ ਜਿਹੜੇ ਤਾਰਾ ਉਹਦਾ ਪਿਤਾ ਹਨਾ, ਉਹ ਸਾਰੇ ਜਿਹੜੇ ਉਹ ਬੁੱਤ ਪੂਜਕਾਂ ਦੇ ਵਿੱਚ ਯਕੀਨ ਕਰਦੇ ਆ, ਹੋਰ ਯੁੱਗ ਦੀਆਂ ਹੋਰਾਂ ਨੂੰ ਮੰਨਦੇ, ਪਰ ਅਬਰਾਹਮ ਇਹਦੇ ਵਿੱਚ ਤੁਹਾਨੂੰ ਸਾਫ਼ ਨਜ਼ਰਾਂ ਦੇ ਵਿੱਚ ਕੀ ਆ ਤੁਹਾਨੂੰ ਨਜ਼ਰ ਆਉਂਦਾ ਕਿ ਉਹ ਖੁਦਾ ਦੀ ਜਿਹੜੀ ਉਹ ਖੁਦਾ ਨੂੰ ਪਹਿਲ ਦਿੰਦਾ ਆ, ਕਿ ਉਹਦੀ ਗੱਲ ਵੀ ਸੁਣਦਾ, ਉਹਦੇ ਨਾਲ ਗੱਲ ਕਰਦਾ, ਉਹਦੀ ਮਰਜ਼ੀ ਮੁਤਾਬਿਕ ਚੱਲਦਾ। ਉਹਦਾ ਦਿਲ ਦੋਸਤ ਦਾ ਦਿਲ ਹੈ, ਦੋਸਤ ਵਾਂਗੂ ਖੁਦਾ ਨਾਲ ਗੱਲ ਕਰਦਾ। ਅਸੀਂ ਇੱਥੇ ਸਾਨੂੰ ਲੋਕੀ ਨਜ਼ਰ ਆਉਂਦੇ, ਉਹ ਆਪਣੇ ਜਿਹੜੇ ਜੇ ਕਿਸੇ ਨੂੰ ਮਿਊਜ਼ਿਕ ਅੱਛੀ ਤਰ੍ਹਾਂ ਆਉਂਦਾ ਉਹਨੂੰ ਉਸ ਉਸਤਾਦ ਜੀ ਕਹਿ ਕੇ ਤੇ ਖੁਦਾ ਦੇ ਕਰਦੇ ਹੈਗੇ ਤੋਹੀਨ, ਹੈ ਨਾ। ਉਸਤਾਦਾਂ ਦਾ ਉਸਤਾਦ ਸਿਰਫ ਖੁਦਾ ਆ, ਹੈ ਨਾ, ਠੀਕ ਹੈ। ਤੁਸੀਂ ਉਹਨੂੰ ਬ੍ਰਦਰ ਕਹਿ ਲਓ, ਉਹਦਾ ਨਾਮ ਵੀਰ ਜੀ ਕਹਿ ਦਿਓ, ਭਰਾ ਜੀ ਕਹਿ ਦਿਓ, ਪਰ ਤੁਸੀਂ ਉਹਨੂੰ ਬਹੁਤ ਹੀ ਵੱਡਾ ਉਸਤਾਦ ਕਹਿਣਾ ਸ਼ੁਰੂ ਕਰ ਦਿੰਦੇ ਤੇ ਤੁਸੀਂ ਖੁਦਾ ਹੱਸ ਰਿਹਾ ਤੁਹਾਡੇ ਉੱਤੇ ਕਿ ਅੱਛਾ ਇਹਨੂੰ ਕਿਹਨੇ ਦਿੱਤਾ, ਜਿਹਨੂੰ ਤੂੰ ਏਡਾ ਪੂਜ ਰਿਹਾ, ਇਹਨੂੰ ਕਿਹਨੇ ਦਿੱਤਾ, ਇਹਨੂੰ ਸਮਝ ਕਿਹਨੇ ਦਿੱਤੀ ਹੈ, ਇਹਨੂੰ ਉਹਦੇ ਵਿੱਚ ਬਲ ਕਿਹਨੇ ਦਿੱਤਾ, ਜਿਹੜਾ ਮਤਲਬ ਵੀ ਤੂੰ ਖੁਦਾ ਨੂੰ ਛੱਡ ਕੇ ਹੋਰਾਂ ਦੁਨੀਆ ਨੂੰ ਉੱਤੇ ਅਸੀਂ ਇੱਥੇ ਜਿਹਨਾਂ ਕੋਲ ਆਪਣੀ ਕਾਰ ਸਿੱਖੀ ਦੀ ਹੈ, ਜਿਹੜੇ ਸਾਡੇ, ਅਸੀਂ ਤਾਂ ਨਹੀਂ ਉਹਨਾਂ ਨੂੰ ਉਸਤਾਦ ਜੀ ਕਹਿੰਦੇ, ਬਿਲਕੁਲ ਵੀ ਨਹੀਂ। ਜਿਹਦੇ ਕੋਲ ਅਸੀਂ ਕੋਈ ਵੀ ਹੋਰ ਚੀਜ਼ ਸਿੱਖੀ ਦੀ, ਅਸੀਂ ਸਿੱਖੀ ਆਰਕੀਟੈਕਟ ਜਾ ਕੇ ਤੁਹਾਨੂੰ ਕੁਝ ਕਰਨਾ ਸੋ, ਅਸੀਂ ਤਾਂ ਨਹੀਂ ਉਹਨਾਂ ਨੂੰ ਉਸਤਾਦ ਜੀ ਕਹਿੰਦੇ, ਨਹੀਂ। ਅਸੀਂ ਉਹਨਾਂ ਨੂੰ ਸਿਰਫ ਸਰ ਜਾਂ ਉਹਨਾਂ ਦਾ ਨਾਮ ਵੀ ਕਈ ਵਾਰੀ ਲੈਂਦੇ ਹਾਂ, ਸਾਨੂੰ ਸਰ ਵੀ ਨਹੀਂ ਇਵਨ ਕਹਿੰਦੇ। ਹਾਂ, ਜਦੋਂ ਅਸੀਂ ਯੂਨੀਵਰਸਿਟੀ ਚ ਪੜ੍ਹਦੇ ਹਾਂ ਤਾਂ ਵੀ ਸਾਨੂੰ ਕਈ ਵਾਰੀ ਕਿਹਾ ਜਾਂਦਾ ਹੈ ਕਿ ਤੁਸੀਂ ਮੈਨੂੰ, ਜਿਹੜੇ ਤੁਹਾਡੇ ਟੀਚਰ ਲਿਖ ਦਿੰਦੇ ਆ ਕਿ ਬੋਰਡ ਦੇ ਉੱਤੇ ਕਿ ਉਹਦਾ ਨਾਮ ਮਿਸ ਆ, ਤੇ ਤੁਹਾਡੀ ਚੋਇਸ ਹੈ ਕਿ ਤੁਸੀਂ ਉਹਨੂੰ ਮਿਸ ਉਹਦੇ ਨਾਮ ਨਾਲ ਬੁਲਾਉਣਾ, ਕਿ ਤੁਸੀਂ ਉਹਨੂੰ ਮੈਡਮ ਕਹਿਣਾ, ਜਾਂ ਤੁਸੀਂ, ਪਰ ਮੋਸਟਲੀ ਸਾਰੇ ਲੋਕੀ ਉਹਨਾਂ ਦੇ ਨਾਮ ਨਾਲ ਉਹਨਾਂ ਨੂੰ ਬੁਲਾਉਂਦੇ ਆ ਨਾ, ਵੀ ਕੋਈ ਉਹਨਾਂ ਨੂੰ ਸਰ ਮੈਡਮ ਜ਼ਿਆਦਾ ਨਹੀਂ ਕਹਿੰਦਾ। ਪਰ ਜੇ ਤੁਸੀਂ ਕਹਿਣਾ ਵੀ ਚਾਹੋ ਕੋਈ ਬੁਰੀ ਗੱਲ ਨਹੀਂ, ਮੈਡਮ ਤੁਸੀਂ ਕਹਿ ਵੀ ਦੋਗੇ, ਕੋਈ ਏਦਾਂ ਨਹੀਂ ਜੇ ਤੁਹਾਡਾ ਦਿਲ ਕਰਦਾ। ਇਸੇ ਤਰ੍ਹਾਂ ਅਗਰ ਤੁਸੀਂ ਕਿਸੇ ਨੂੰ ਉਸਤਾਦ ਕਹਿ ਦਿੰਦੇ ਹੋ, ਤੁਸੀਂ ਸਾਫ਼ ਦਿਲ ਨਾਲ ਕਹਿੰਦੇ ਹੋ, ਕੋਈ ਉਹਦੇ ਚ ਐਡਾ ਵੱਡਾ ਨਹੀਂ ਗੱਲ ਹੈਗੀ। ਪਰ ਜਿਹੜਾ ਪਰਸਨ ਉਹਨੂੰ ਉਸ ਚੀਜ਼ ਨੂੰ ਬਹੁਤ ਵੱਡਾ ਲੈ ਲੈਂਦਾ, ਉਹ ਉਦੋਂ ਲੈਂਦਾ ਜਦੋਂ ਆਪਣੇ ਖੁਦਾ ਨਾਲੋਂ ਜ਼ਿਆਦਾ ਵਕਤ ਆਪਣੇ ਉਸ ਉਸਤਾਦਾਂ ਨੂੰ ਦੇਣਾ ਸ਼ੁਰੂ ਹੋ ਜਾਂਦਾ। ਅਸੀਂ ਅੱਗੇ ਜਾ ਕੇ ਦੇਖਦੇ ਹੈਗੇ ਕਿ ਟਾਈਟਲ ਦੇ ਵਿੱਚ ਮਤਲਬ ਖੁਦਾ ਨੇ ਉਹਨੂੰ ਬਹੁਤ ਵਧੀਆ ਟਾਈਟਲ ਜਿਹੜਾ ਦਿੱਤਾ, ਉਹਨੂੰ ਅਸੀਂ ਅਗਲੇ ਚੈਪਟਰ ਦੇ ਵਿੱਚ ਜੋ ਡਿਸਕਸ ਕਰ ਰਹੇ ਹਾਂ। ਮਤਲਬ ਹੁਣ ਇਸ ਦੇ ਵਿੱਚ ਅਸੀਂ ਖੁਦਾ ਦਾ ਸ਼ੁਕਰ ਹੈ ਕਿ ਸਾਨੂੰ ਉਹਨੇ ਇਹਦੀ ਐਕਸਪਲੇਨੇਸ਼ਨ ਉਹਦੇ ਵਿੱਚ ਇਹੀ ਸਮਝਾਇਆ ਕਿ ਖੁਦਾ ਦਾ ਜਿਹੜਾ ਸੱਤਾ ਹੈ ਨਾ, ਜਦੋਂ ਤੁਹਾਡੇ ਵੱਲ ਆਉਂਦਾ ਹੈ ਤੁਹਾਨੂੰ ਕਦੀ ਵੀ ਉਹਨੂੰ ਆਇਆ ਗਿਆ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਹੋਰ ਕਿਸੇ ਨੂੰ ਵੀ ਉਹ ਸੱਦਾ ਦੇ ਸਕਦਾ ਸੀ। ਜੇ ਉਹਦੀ ਅੱਖਾਂ ਅੱਗੇ ਤੁਸੀਂ ਆ ਗਏ ਤੇ ਤੁਹਾਡੀ ਮੂਰਤ ਆ ਗਈ ਤੇ ਤੁਹਾਡੇ ਮੂਹਰੇ ਉਹਨੇ ਤੁਹਾਨੂੰ ਸੱਦਾ ਦਿੱਤਾ ਹੈ, ਮਤਲਬ ਤੁਹਾਡੇ ਨਾਲ ਗੱਲ ਕਰ ਰਿਹਾ, ਤੁਹਾਡੀ ਬੇਨਤੀ ਸੁਣ ਰਿਹਾ, ਤੁਹਾਡੀ ਪ੍ਰਾਰਥਨਾ ਦਾ ਜਵਾਬ ਜਿਹੜਾ ਉਹ ਉੱਪਰ ਉਹਦੀ ਸੋਨੇ ਦੀ ਕਟੋਰੇ ਦੇ ਵਿੱਚ ਜਿਹੜਾ ਆਪਾਂ ਜਾ ਕੇ ਦੇਖਣਾ ਹੈ, ਮਤਲਬ ਰੈਵਲੇਸ਼ਨ ਜਦੋਂ ਆਪਾਂ ਉਹਦੀ ਕਿਤਾਬ ਚ ਗਏ ਕਿ ਸਾਡੀਆਂ ਪ੍ਰਾਰਥਨਾਵਾਂ ਜਿਹੜੇ ਹੈਗੇ ਫਰਿਸ਼ਤੇ ਆ ਉਹ ਸੋਨੇ ਦੇ ਕਟੋਰੇ ਦੇ ਵਿੱਚ ਲੈ ਕੇ ਜਾਂਦੇ ਖੁਦਾ ਦੇ ਕੋਲੋਂ। ਅਸੀਂ ਇਹ ਦੇਖਣਾ ਕਿ ਜੇ ਤੁਹਾਡੀ ਪਹੁੰਚ ਹੀ ਗਈ ਹੈ ਉਹਦੇ ਮੂਹਰੇ ਪ੍ਰਾਰਥਨਾ, ਉਹਦਾ ਜਵਾਬ ਮਿਲ ਹੀ ਗਿਆ ਹੈ ਤੁਹਾਨੂੰ, ਕਿਉਂਕਿ ਤੁਹਾਡੇ ਰੋਣੇ ਤੇ ਤਰਸ ਆ ਹੀ ਗਿਆ ਖੁਦਾ ਨੂੰ, ਤੇ ਪਰ ਸੰਭਾਲੋ ਜਿਹੜਾ ਉਹਨੇ ਦਿੱਤਾ ਹੈ, ਨਾ ਕਿ ਫਿਰ ਆਪਣੀਆਂ ਜਿਹੜੀਆਂ ਤੁਹਾਡੇ ਛੋਟੇ ਤੁਹਾਡੀਆਂ ਚੀਜ਼ਾਂ ਦੇ ਵਿੱਚ ਆਪਣੀ ਉਸ ਬਰਕਤ ਨੂੰ ਗਵਾ ਦਿਓ। ਨਹੀਂ, ਇਹ ਤਾਂ ਖੁਦਾ ਫਿਰ ਤੁਹਾਡੇ ਉੱਤੇ ਅਫਸੋਸ ਹੀ ਕਰ ਸਕਦਾ ਨਾ। ਅਸੀਂ ਇਸੇ ਤਰ੍ਹਾਂ ਮੈਥਿਊ ਜਿਹੜਾ ਨਾ ਉਹਦੇ ਅਸੀਂ ਦੇਖਦੇ ਹਾਂ ਹੁਣ 13ਵੇਂ ਚੈਪਟਰ ਨੂੰ, ਤਾਂ ਉਹਦੇ ਵਿੱਚ ਅਸੀਂ ਅਗਲੇ ਚੈਪਟਰ 'ਚ ਜਾ ਕੇ ਦੇਖਣਾ ਆ ਕਿ ਕਿਸ ਤਰ੍ਹਾਂ ਉਹਨਾਂ ਦੋਨਾਂ ਨੇ ਇਕੱਠੇ ਵੀ ਹੋਣਾ ਮੁੜ ਕੇ, ਜਦੋਂ ਉਹਦੇ ਭਤੀਜੇ ਨੇ ਗਲਤੀਆਂ ਕਰਨੀਆਂ ਸ਼ੁਰੂ ਕਰ ਲੈਣੀਆਂ, ਕਿਉਂਕਿ ਓਬਵੀਅਸਲੀ ਉਹਦੇ ਵਿੱਚ ਉਹਦੇ 'ਚ ਫਰਕ ਹੈ ਤੇ ਖੁਦਾ ਉੱਤੇ ਉਹਦੇ ਚਾਚੇ ਨੂੰ ਮੁੜਨਾ ਵੀ ਆ ਉਹਦੇ ਕੋਲੇ। ਐ ਨਹੀਂ ਕਿ ਉਹਨਾਂ ਦੀ ਸੈਪਰੇਸ਼ਨ ਹਮੇਸ਼ਾ ਦੀ ਆ, ਸੈਪਰੇਸ਼ਨ ਹੈਗੀ ਕਿ ਵੀ ਜ਼ਰੂਰੀ ਹੈ ਉਸ ਵੇਲੇ ਸੈਪਰੇਸ਼ਨ ਦੀ, ਪਰ ਜਦੋਂ ਕਿਸੇ ਤਕਲੀਫ ਦੇ ਵਿੱਚ ਉਹ ਆਇਆ ਤਾਂ ਤੁਸੀਂ ਦੇਖਿਓ ਕਿੱਦਾਂ ਚਾਚੇ ਨੇ ਉਹਨੂੰ ਬਚਾਉਣਾ ਵੀ ਹੈ ਦੁਆ ਕਰਕੇ ਨਾ।
ਅੱਛਾ, ਅਸੀਂ ਇਹਦੇ ਵਿੱਚ ਦੇਖ ਰਹੇ ਹਾਂ ਕਿ ਸਵਰਗ ਦਾ ਜਿਹੜਾ ਰਾਜ ਆ ਉਹਦਾ ਦ੍ਰਿਸ਼ਟਾਂਤ ਇੱਥੇ ਖੁਦਾ ਯਿਸੂ ਮਸੀਹ ਦੇ ਅਸੀਂ ਮੈਥਿਊ 13ਵੇਂ ਦੀ ਪਹਿਲੀ ਜਿਹੜੀ ਆਇਤ ਉੱਥੇ ਸ਼ੁਰੂ ਕਰਨ ਲੱਗੇ, ਸਵਰਗ ਦਾ ਰਾਜ ਭਾਵ ਦ ਕਿੰਗਡਮ ਆਫ ਹੈਵਨ, ਕਿੰਗਡਮ ਆਫ ਗੋਡ। ਉਹਦੇ ਅਸੀਂ ਉਹਦੇ ਦ੍ਰਿਸ਼ਟਾਂਤ ਦੇਖਣੇ, ਮਤਲਬ ਕਿ ਕਿਹਨਾਂ ਰੂਪਾਂ ਚ ਉਹਨੇ ਸਾਡੇ ਨਾਲ ਗੱਲ ਕੀਤੀ ਹੈ। ਉਸੇ ਦਿਨ ਯਿਸੂ ਘਰੋਂ ਨਿਕਲ ਕੇ ਝੀਲ ਦੇ ਨੇੜੇ ਜਾ ਬੈਠਿਆ ਤੇ ਐਡੀ ਭੀੜ ਉਹਦੇ ਕੋਲ ਲੱਗ ਗਈ ਕਿ ਉਹ ਬੇੜੀ ਤੇ ਚੜ ਬੈਠਾ। ਸਾਰੀ ਭੀੜ ਇਮੈਜਿਨ ਕਰੋ, ਮਾਈ ਗੁੱਡਨੈਸ, ਮੈਂ ਉੱਥੇ ਗਈ ਹਾਂ ਵੀ ਝੀਲ ਤੇ ਬਹੁਤ ਵੱਡੀ ਝੀਲ ਆ, ਕਾਫੀ ਵੱਡੀ ਹਨਾ। ਮਤਲਬ ਉੱਥੇ ਕਿਉਂਕਿ ਹੁਣ ਸਾਰੇ ਲੋਕਾਂ ਨੂੰ ਉਸ ਤਰ੍ਹਾਂ ਨਜ਼ਰ ਨਹੀਂ ਸੀ ਆ ਰਿਹਾ, ਕਿਉਂਕਿ ਜਿਹੜੀ ਮੂਹਰੇ ਜਗ੍ਹਾ ਆ ਉਹ ਇੰਨੀ ਵੱਡੀ ਨਹੀਂ ਹੈਗੀ, ਸੋ ਜਿਹੜੀ ਝੀਲ ਹੈ ਉਹ ਬਹੁਤ ਵੱਡੀ ਆ। ਇਸ ਕਰਕੇ ਜਦੋਂ ਬੇੜੀ ਦੇ ਉੱਤੇ ਮਤਲਬ ਉਹ ਜਾ ਕੇ ਬੈਠ ਗਿਆ ਤੇ ਬੇੜੀ ਤੋਂ ਪਰੇ ਵੀ ਜਾ ਸਕਦਾ ਕਿ ਉਹਨੂੰ ਸਾਰੇ ਨਜ਼ਰ ਆ ਰਿਹਾ ਉਸ ਤੋਂ ਨਾ। ਬਿਊਟੀਫੁਲ ਪਲੇਸ। ਤਾਂ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਉਸਨੇ ਜਿਹੜੀਆਂ ਉਹ ਪਹੇਲੀਆਂ ਵਿੱਚ ਕਹੀਆਂ। ਵੇਖੋ, ਇੱਕ ਬੀਜਣ ਵਾਲਾ ਬੀਜਣ ਨੂੰ ਨਿਕਲਿਆ ਤੇ ਉਹਦੇ ਬੀਜ ਦੀਆਂ ਕੁਝ ਪਰੇ ਵਿੱਚ ਗਿਰ ਪਿਆ, ਕੁਝ ਪੰਛੀ ਉਹਨੂੰ ਚੁਗ ਗਏ, ਕੁਝ ਪਥਰੀਲੀ ਜ਼ਮੀਨ ਵਿੱਚ ਗਿਰਿਆ ਜਿੱਥੇ ਉਹਨੂੰ ਬਹੁਤੀ ਸਾਰੀ ਜਿਹੜੀ ਮਿੱਟੀ ਨਾ ਮਿਲੀ ਤੇ ਡੂੰਗੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਿਆ। ਤੇ ਜਦੋਂ ਸੂਰਜ ਚੜ੍ਹਿਆ ਤੇ ਉਹ ਕੁੰਡੇ ਆ ਗਿਆ, ਜੜ ਨੇ ਨਾ ਫੜਨ ਕਾਰਨ ਉਹ ਸੁੱਕ ਗਿਆ। ਤੇ ਕੁਝ ਕੰਡਿਆਲਿਆਂ ਵਿੱਚ ਗਿਰਿਆ, ਕੰਡਿਆਂ ਨੇ ਉਸਨੂੰ ਵੱਧ ਕੇ ਅੱਗੇ ਤੋਂ ਪਾ ਲਿਆ ਅਤੇ ਜਦੋਂ ਦੇਖਿਆ ਕਿ ਕੁਝ ਜ਼ਮੀਨ ਚੰਗੀ ਵਿੱਚ ਗਿਰਿਆ, ਫਲਿਆ ਤੇ 100 ਗੁਣਾ 60 ਗੁਣਾ ਬਲਕਿ 30 ਗੁਣਾ ਫਲ ਲੈ ਕੇ ਆਇਆ, ਜਿਹਦੇ ਕਾਰਨ ਹੁਣ ਉਹ ਸੁਣੇ। ਚੇਲਿਆਂ ਨੇ ਨੇੜੇ ਆ ਕੇ ਉਹਨੂੰ ਕਿਹਾ ਕਿ ਉਹਨਾਂ ਨਾਲ ਤੂੰ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈ? ਤੇ ਉਸਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਸਵਰਗ ਦਾ ਰਾਜ ਦੇ ਭੇਤਾਂ ਦੀ ਤੁਹਾਨੂੰ ਸਮਝ ਦਿੱਤੀ ਗਈ ਹੈ। ਖੁਦਾ ਯਿਸੂ ਮਸੀਹ ਦੇ ਰਾਹੀਂ ਦਿੱਤੀ ਗਈ ਨਾ, ਉਹਨੂੰ ਦੇ ਦਿੱਤਾ ਸਮਝਣ ਵਾਲਾ, ਤੇ ਉਹਨਾਂ ਨੂੰ ਨਹੀਂ ਦਿੱਤੀ ਗਈ। ਐਂਡ ਸੋ ਇਹ ਜਿਹਦੇ ਕੋਲ ਹੈ ਉਹਨੂੰ ਹੋਰ ਦੇ ਦਿੱਤਾ ਜਾਵੇਗਾ, ਜਿਹਦੇ ਕੋਲ ਤਾਂ ਕਿ ਉਸ ਚ ਵਾਧਾ ਹੋਵੇ, ਜਿਹਦੇ ਕੋਲ ਨਹੀਂ ਉਹਦੇ ਕੋਲ ਉਹ ਵੀ ਲੈ ਲਿਆ ਜਾਵੇਗਾ। ਇਸ ਲਈ ਕਿ ਉਹਨਾਂ ਦ੍ਰਿਸ਼ਟਾਂਤਾਂ ਨਾਲ ਉਹ ਗੱਲਾਂ ਕਰਦਾ ਰਿਹਾ ਤੇ ਉਹ ਵੇਖਦੇ ਹੋਏ ਵੀ ਜਿਹੜੇ ਨਹੀਂ ਵੇਖਦੇ ਤੇ ਸੁਣਦੇ ਵੀ ਨਹੀਂ ਸੁਣਦੇ ਤੇ ਸਮਝਦੇ ਹੋਏ ਵੀ ਸੁਣਦੇ ਵੀ ਨਹੀਂ ਸਮਝਦੇ, ਤੇ ਉਹਨਾਂ ਉੱਤੇ ਯਸਾਇਆ ਦਾ ਇਹ ਨਬੂਵਤ ਪੂਰੀ ਹੋਈ ਕਿ ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂੰਹੋਂ ਨਾ ਸਮਝੋਗੇ, ਦੇਖਦੇ ਵੇਖੋਗੇ ਪਰ ਮੂੰਹੋਂ ਨਾ ਬੁੱਝੋਗੇ। ਕਿਉਂਕਿ ਇਸ ਪ੍ਰਜਾ ਦਾ ਮਨ ਮੋਟਾ ਹੋ ਗਿਆ ਤੇ ਇਹਨਾਂ ਦੇ ਕੰਨ ਉੱਚਾ ਸੁਣਦੇ ਹਨ, ਇਹਨਾਂ ਨੇ ਆਪਣੀਆਂ ਅੱਖਾਂ ਮਿਟ ਲਈਆਂ ਤੇ ਉਹਨਾਂ ਨਾਲ ਵੇਖਣ ਤੇ ਕੰਨਾਂ ਨਾਲ ਸੁਣਨ ਤੇ ਮਨ ਨਾਲ ਸਮਝਣ ਤੇ ਮੁੜਨ ਤਾਂ ਮੈਨੂੰ ਚੰਗਾ ਕਰਾਂ। ਪਰ ਧੰਨ ਉਹ ਤੁਹਾਡੇ ਕੰਨ ਜੋ ਇਹ ਸੁਣਦੇ ਹਨ, ਕਿਉਂਕਿ ਮੈਂ ਤੁਹਾਨੂੰ ਸੱਚ ਹੀ ਨੇ ਬਥੇਰੇ ਨਬੀ ਤੇ ਧਰਮੀ ਚਾਹੁੰਦੇ ਸਨ ਕਿ ਜੋ ਕੁਛ ਤੁਸੀਂ ਸੁਣਦੇ ਹੋ ਉਹ ਸੁਣਨ ਤੇ ਵੇਖਦੇ ਵੇਖਣ, ਪਰ ਉਹਨਾਂ ਨੇ ਨਾ ਸੁਣਿਆ ਤੇ ਨਾ ਵੇਖਿਆ। ਤੁਸੀਂ ਬੀਜ ਬੀਜਣ ਵਾਲੇ ਦਾ ਹੀ ਦ੍ਰਿਸ਼ਟਾਂਤ ਸੁਣ ਲਓ। ਹਰ ਕੋਈ ਰਾਜ ਦਾ ਵਚਨ ਸੁਣਦਾ ਹੈ ਪਰ ਸਮਝਦਾ ਨਹੀਂ। ਉਹੀ ਗੱਲ ਜਿਹੜੀ ਪਿੱਛੇ ਕਰਕੇ ਐਂਡ ਕਿਉਂਕਿ ਜੋ ਉਸਦੇ ਮਨ ਵਿੱਚ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹਨੂੰ ਖੋਹ ਲੈਂਦਾ ਹੈ, ਪਰ ਇਹ ਜਿਹੜਾ ਪੇਠੇ ਵਿੱਚ ਬੀਜਿਆ ਗਿਆ ਸੀ ਉਹਨੂੰ ਦੁਸ਼ਟ ਚੁੱਕ ਕੇ ਲੈ ਗਿਆ। ਜਿਹੜਾ ਪਥਰੀਲੀ ਜ਼ਮੀਨ ਵਿੱਚ ਬੀਜਿਆ ਗਿਆ ਉਹ ਜਿਹੜਾ ਬਚਨ ਸੁਣ ਕੇ ਝਟਪਟ ਉਹ ਖੁਸ਼ੀ ਨਾਲ ਮੰਨ ਤੇ ਲੈਂਦਾ ਪਰ ਆਪਣੇ ਮਨ 'ਚ ਜੜ ਨਹੀਂ ਰੱਖਦਾ, ਤਾਂ ਵੀ ਥੋੜ੍ਹ ਚਿਰ ਰਹਿੰਦਾ ਹੈ, ਪਰ ਜਾਂ ਸੁਣਨ ਦੇ ਕਾਰਨ ਜਦ ਦੁੱਖ ਮਾਲੂਮ ਹੁੰਦਾ ਤਾਂ ਉਹ ਝੱਟ ਠੋਕਰ ਖਾਂਦਾ। ਜਿਹੜਾ ਕੰਡਿਆਂ ਵਿੱਚ ਬੀਜਿਆ ਗਿਆ ਉਹ ਹੈ ਜੋ ਬਚਨ ਨੂੰ ਸੁਣਦਾ ਤਾਂ ਹੈ ਪਰ ਇਸ ਦੁਨੀਆਦਾਰੀ ਦੀਆਂ ਚਿੰਤਾ ਤੇ ਆਪਣੇ ਪੈਸੇ ਧੇਲੇ ਦਾ ਫਿਕਰ ਤੇ ਧੋਖੇ ਦਾ ਬਚਨ ਉਹਨੂੰ ਧੋਖਾ ਬਚਨ ਨੂੰ ਦਬਾ ਲੈਂਦਾ ਹੈ। ਇਸ ਇਸ ਦੁਨੀਆਦਾਰੀ ਦੀ ਚਿੰਤਾ, ਧਨ ਦਾ ਧੋਖਾ ਉਸ ਵਚਨ ਨੂੰ ਆ ਕੇ ਦਬਾ ਲੈਂਦਾ ਹੈ ਤੇ ਉਹ ਫਲ ਲੱਗੇ ਤੋਂ ਬਗੈਰ ਹੀ ਫਲ ਰਹਿ ਜਾਂਦਾ ਹੈ। ਜਿਹੜੀ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਹੈ ਉਹ ਹੈ ਜੋ ਬਚਨ ਨੂੰ ਸੁਣਦਾ ਤੇ ਸਮਝਦਾ ਤੇ ਜ਼ਰੂਰ ਫਲ ਦਿੰਦਾ ਹੈ। ਬਈ ਕੋਈ 100 ਗੁਣਾ, ਕੋਈ 60 ਗੁਣਾ, ਕੋਈ 30 ਗੁਣਾ ਫਲੇ। ਅਤੇ ਉਹਨਾਂ ਨੇ ਇੱਕ ਹੋਰ ਦ੍ਰਿਸ਼ਟਾਂਤ ਨੂੰ ਵੀ ਦੇਖਿਆ ਤੇ ਦੇਖ ਕੇ ਸੁਣਿਆ ਕਿ ਸਵਰਗ ਦਾ ਰਾਜ ਇੱਕ ਆਦਮੀ ਵਰਗਾ ਹੈ ਜਿਹਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ। ਜਦੋਂ ਲੋਕੀ ਸੌ ਰਹੇ ਸੀ ਤਾਂ ਉਹਨੂੰ ਫਿਰ ਦੁਸ਼ਮਣ ਆਇਆ, ਉਹਨੇ ਕਣਕ ਦੀ ਜੰਗਲੀ ਬੂਟੀ ਵੀ ਉਹਦੇ ਚ ਖਿਲਾ ਦਿੱਤੀ। ਜਦੋਂ ਅੰਗੂਰੀ ਬੂਟੀ ਨਿਕਲੀ ਤੇ ਉਹਨੂੰ ਸਿੱਟੇ ਲੱਗੇ ਤੇ ਨਾਲ ਜੰਗਲੀ ਬੂਟੀ ਵੀ ਦਿਸ ਪਈ ਤੇ ਉਹਦੇ ਘਰ ਦੇ ਚਾਕਰਾਂ ਦੇ ਕੋਲ ਆ ਕੇ ਉਹਨੇ ਆਖਿਆ, ਭਲਾ ਸਵਾਮੀ ਜੀ ਅਸੀਂ ਤੁਹਾਡੇ ਖੇਤ ਵਿੱਚ ਭਲਾ ਸਵਾਮੀ ਜੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ, ਫਿਰ ਇਹ ਜੰਗਲੀ ਬੂਟੀ ਕਿੱਥੋਂ ਆ ਗਈ? ਉਹਨਾਂ ਨੂੰ ਕਿਹਾ ਇਹ ਕਿਸੇ ਵੇਲੇ ਦਾ ਕੰਮ ਹੈ। ਤੇ ਜਦੋਂ ਚਾਕਰਾਂ ਨੇ ਉਹਨੂੰ ਕਿਹਾ ਜੇ ਮਰਜ਼ੀ ਹੋਵੇ ਤਾਂ ਅਸੀਂ ਉਹਨੂੰ ਜਾ ਕੇ ਇਕੱਠਾ ਕਰੀਏ, ਤੇ ਉਹਨੇ ਕਿਹਾ ਨਹੀਂ, ਮਤਲਬ ਤੁਸੀਂ ਕਿਤੇ ਜੰਗਲੀ ਬੂਟੇ ਨੂੰ ਇਕੱਠਾ ਕਰਦੇ ਕਣਕ ਨੂੰ ਵੀ ਨਾਲ ਹੀ ਕੁੱਟ ਦਿਓ। ਵਾਢੀ ਤੱਕ ਇਹਨਾਂ ਨੂੰ ਦੋਨਾਂ ਨੂੰ ਇਕੱਠੇ ਵਧਣ ਤੇ ਫੁੱਲਣ ਦੇ ਤਾਂ ਕਿ ਵਾਢੀ ਦੇ ਦਿਨ ਵੱਢਣ ਵੇਲੇ ਮੈਂ ਵੱਢਣ ਵਾਲੇ ਨੂੰ ਕਹੂੰਗਾ ਕਿ ਤੁਸੀਂ ਪਹਿਲਾਂ ਜੰਗਲੀ ਬੂਟੇ ਨੂੰ ਇਕੱਠਾ ਕਰਨਾ ਹੈ ਤੇ ਫਿਰ ਫੂਕਣ
ਰੋਕਣ ਲਈ ਉਹਦੀਆਂ ਪੂਰੀਆਂ ਕਰਕੇ ਤੇ ਉਹਨੂੰ ਕਣਕ ਨੂੰ ਪਰੇ ਇੱਕ ਕੋਠੇ ਵਿੱਚ ਜਮ੍ਹਾਂ ਕਰਨਾ। ਉਸਨੇ ਉਹਨਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਕਿ ਸਵਰਗਰਾਜ ਇੱਕ ਰਾਈ ਦੇ ਦਾਣੇ ਵਰਗਾ ਹੈ ਤੇ ਮਨੁੱਖ ਨੇ ਉਹਨੂੰ ਆਪਣੇ ਖੇਤ ਵਿੱਚ ਬੀਜਿਆ, ਸਭ ਬੀਆਂ ਨਾਲੋਂ ਛੋਟਾ ਹੈ ਪਰ ਉਗਦਾ ਹੈ ਤਾਂ ਸਬਜ਼ੀਆਂ ਵਿੱਚੋਂ ਸਭ ਨਾਲੋਂ ਵੱਡਾ ਹੁੰਦਾ ਹੈ ਤੇ ਔਰ ਰੁੱਖ ਜਿਹਾ ਹੋ ਜਾਂਦਾ ਹੈ ਕਿ ਆਕਾਸ਼ ਦੇ ਪੰਛੀ ਆਣ ਕੇ ਉਹਦੀਆਂ ਟਾਹਣੀਆਂ ਵਿੱਚ ਵਸੇਰਾ ਕਰਦੇ ਹਨ। ਉਸ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਕਿ ਸਵਰਗਰਾਜ ਉਸ ਖਮੀਰ ਵਰਗਾ ਜਿਹਨੂੰ ਇੱਕ ਔਰਤ ਨੇ 3 ਸਿਰ ਆਟੇ ਵਿੱਚ ਮਿਲਾਇਆ ਤੇ ਸਾਰਾ ਆਟਾ ਖਮੀਰਾ ਹੋ ਗਿਆ ਤੇ ਸਾਰੀਆਂ ਗੰਦਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਤੇ ਬਿਨਾਂ ਦ੍ਰਿਸ਼ਟਾਂਤ ਉਹਨਾਂ ਨਾਲ ਗੱਲ ਨਹੀਂ ਸੀ ਕਰਦਾ, ਕੋਈ ਵਚਨ ਨਹੀਂ ਸੀ ਬੋਲਦਾ ਕਿ ਯਸਾਇਆ ਨਬੀ ਦਾ ਵਚਨ ਤਾਂ ਕਿ ਨਬੀ ਨੇ ਜੋ ਕਿਹਾ ਸੀ ਪੂਰਾ ਹੋਵੇ ਕਿ ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲਾਂਗਾ ਤੇ ਮੈਂ ਉਹਨਾਂ ਨੂੰ ਵੀ ਗੱਲਾਂ ਉਚਰਾਂਗਾ ਜਿਹੜੀਆਂ ਸੰਸਾਰ ਦੇ ਵਿੱਚ ਮੁੱਢੋਂ ਹੀ ਗੁਪਤ ਰਹੀਆਂ। ਤੇ ਵੱਡੀ ਭੀੜ ਨੂੰ ਛੱਡ ਕੇ ਉਹ ਘਰ ਵਿੱਚ ਆਇਆ ਤੇ ਚੇਲਿਆਂ ਨੇ ਉਹਦੇ ਕੋਲ ਆ ਕੇ ਕਿਹਾ ਕਿ ਖੇਤੀ ਜੰਗਲੀ ਬੂਟੇ ਦਾ ਦ੍ਰਿਸ਼ਟਾਂਤ ਖੋਲ ਕੇ ਮੈਨੂੰ ਦੱਸ। ਤੇ ਉਹਨੇ ਉੱਤਰ ਦਿੱਤਾ ਜਿਹੜਾ ਚੰਗਾ ਬੀਜ ਬੀਜਦਾ ਹੈ ਉਹ ਮਨੁੱਖ ਦਾ ਪੁੱਤਰ ਹੈ, ਖੇਤ ਜਿਹੜਾ ਹੈ ਬੀਜ ਰਾਜ ਦੇ ਪੁੱਤਰ ਅਤੇ ਜੰਗਲੀ ਬੂਟੇ ਦੁਸ਼ਟ ਦੇ ਪੁੱਤਰ ਹਨ। ਅਤੇ ਜਿਸ ਵੈਰੀ ਨੂੰ ਬੀਜਿਆ ਹੈ ਉਹ ਸ਼ੈਤਾਨ ਹੈ ਤੇ ਵਾਢੀ ਦਾ ਵੇਲਾ ਯੁੱਗ ਦਾ ਅੰਤ ਹੈ ਤੇ ਵੱਢਣ ਵਾਲੇ ਦੂਤ ਹਨ। ਤੇ ਜਿਸ ਪ੍ਰਕਾਰ ਜੰਗਲੀ ਬੂਟੇ ਕੱਟੀ ਕੀਤੀ ਜਾਂਦੀ ਅੱਗ ਵਿੱਚ ਫੂਕੀ ਉਸ ਪ੍ਰਕਾਰ ਇਸ ਯੁੱਗ ਦੇ ਅੰਤ ਦੇ ਸਮੇਂ ਹੋਣਾ ਹੈ ਤੇ ਆਦਮੀ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਘੱਲੇਗਾ ਤੇ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖਾਣ ਵਾਲੀਆਂ ਚੀਜ਼ਾਂ ਨੂੰ ਕੁਕਰਮੀਆਂ ਨੂੰ ਇਕੱਠਿਆ ਕਰਨਗੇ ਤੇ ਉਹਨਾਂ ਨੂੰ ਤਪਦੇ ਭੱਖ ਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਤੇ ਕਚੀਚੀਆਂ ਦਾ ਵੱਟ ਹੋਣਾ ਹੋਵੇਗਾ ਤੇ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਚਮਕਣਗੇ ਜਿਨ੍ਹਾਂ ਦੇ ਕੰਨ ਹੋਣ ਉਹ ਸੁਣਨ। ਸਵਰਗ ਦਾ ਰਾਜ ਉਸ ਧਨ ਵਰਗਾ ਜਿਹੜਾ ਖੇਤ ਚ ਲੁਕਿਆ ਹੋਇਆ ਸੀ ਜਿਸਨੂੰ ਇੱਕ ਆਦਮੀ ਨੇ ਕੱਟ ਕੇ ਰੱਖਿਆ। ਖੁਸ਼ੀ ਦੇ ਮਾਰੇ ਉਹਨੂੰ ਜਾ ਕੇ ਆਪਣਾ ਸਾਰਾ ਕੁਛ ਉਹਨੇ ਵੇਚ ਦਿੱਤਾ ਤੇ ਉਸ ਖੇਤ ਤੋਂ ਇੱਕ ਨੂੰ ਮੁੱਲ ਲੈ ਲਿਆ। ਫਿਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਵੀ ਹੈ ਜਿਹੜਾ ਚੰਗੇ ਮੋਤੀ ਨੂੰ ਲੱਭਦਾ ਫਿਰਦਾ ਸੀ। ਜਦ ਉਹਨੂੰ ਇੱਕ ਮੋਤੀ ਭਾਰੇ ਮੁੱਲ ਦਾ ਲੱਭਿਆ ਤਾਂ ਉਸਨੇ ਆਪਣਾ ਸਭ ਉਹਨੂੰ ਮੁੱਲ ਲੈ ਲਿਆ। ਸਵਰਗ ਦਾ ਰਾਜ ਇੱਕ ਜਾਲ ਵਰਗਾ ਵੀ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਤਾਂ ਹਰ ਭਾਂਤ ਦਾ ਮੱਛ ਕਲੱਛ ਸਮੇਟ ਲਿਆ। ਜਦੋਂ ਉਹ ਭਰ ਗਿਆ ਤਾਂ ਲੋਕੀ ਕੰਢੇ ਤੇ ਖਿੱਚ ਕੇ ਲਿਆਏ ਤੇ ਫਿਰ ਖਰੀਆਂ ਨੂੰ ਭੰਡਿਆ ਜਮਾ ਕੀਤਾ ਤੇ ਨਕਮੀਆਂ ਨੂੰ ਪਰੇ ਸੁੱਟ ਦਿੱਤਾ। ਤੇ ਯੁੱਗ ਦੇ ਅੰਤ ਸਮੇਂ ਜੇ ਹੁਣ ਦੂਤ ਨਿਕਲ ਆਉਣਗੇ ਧਰਮੀ ਵਿੱਚ ਦੁਸ਼ਟਾਂ ਨੂੰ ਲੱਗ ਕਰਨਗੇ ਤੇ ਇਹਨਾਂ ਨੂੰ ਪੱਖ ਦੇ ਪੱਠੇ ਵਿੱਚ ਸੁੱਟਣਗੇ। ਉਹਨਾਂ ਦੇ ਬੱਚਿਆਂ ਦਾ ਬਿਠਾਉਣਾ ਹੋਵੇਗਾ ਕਿ ਤੁਸੀਂ ਇਹੋ ਕੁਝ ਸਮਝਿਆ ਤੇ ਉਹਨਾਂ ਨੂੰ ਆਖਿਆ ਜੀ ਹਾਂ ਜੀ ਅਸੀਂ ਸਮਝਿਆ। ਜਦ ਉਹਨਾਂ ਨੂੰ ਕਿਹਾ ਕਿ ਹਰੇਕ ਜਾਜਕ ਗ੍ਰੰਥੀ ਜਿਹਦੇ ਸਵਰਗ ਦੇ ਰਾਜ ਦੀ ਸਿੱਖਿਆ ਜਿਹਨੇ ਪਾਈ ਹੈ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਤੇ ਪੁਰਾਣੀ ਚੀਜ਼ਾਂ ਨੂੰ ਕੱਢਦਾ ਹੈ। ਅਤੇ ਜੋ ਹੋਇਆ ਕਿ ਯਿਸੂ ਨੇ ਪੂਰੇ ਦ੍ਰਿਸ਼ਟਾਂਤ ਜਦੋਂ ਕੀਤੇ ਤਾਂ ਉਹ ਉੱਥੋਂ ਤੁਰ ਪਿਆ ਤੇ ਆਪਣੇ ਦੇਸ਼ ਛੱਡ ਕੇ ਉਹਨਾਂ ਸਮਾਜਾਂ ਵਿੱਚ ਵੀ ਉਹਨਾਂ ਨੂੰ ਅਜਿਹਾ ਹੀ ਜਿਹੋ ਜਿਹਾ ਉਪਦੇਸ਼ ਦਿੰਦਾ ਸੀ ਤੇ ਉਹ ਹੈਰਾਨ ਹੋ ਗਏ ਤੇ ਉਸ ਕਿ ਇਸ ਆਦਮੀ ਨੂੰ ਇਹ ਗਿਆਨ ਇੰਨੀ ਅਕਲ ਤੇ ਇੰਨਾ ਕਰਾਮਾਤਾਂ ਇੰਨੀਆਂ ਪਹੇਲੀਆਂ ਕਿੱਥੋਂ ਮਿਲ ਗਈਆਂ। ਤੇ ਫਿਰ ਕੀ ਇਹਦੀ ਮਾਂ ਮਰੀਅਮ ਨਹੀਂ ਕਹਾਉਂਦੀ ਇਹਦੇ ਭਾਈ ਯਾਕੂਬ ਅਤੇ ਯੂਸਫ ਔਰ ਸ਼ਮੂਨ ਯਹੂਦਾ ਨਹੀਂ ਹਨ ਤੇ ਉਸੇ ਦੀਆਂ ਸਭੇ ਭੈਣਾਂ ਉਹਦੇ ਕੋਲ ਨਹੀਂ ਹਨ। ਫਿਰ ਇਹ ਉਸਨੂੰ ਕੁਝ ਇਕੱਠੇ ਇਹ ਸਭ ਕੁਝ ਕਿੱਥੋਂ ਮਿਲਿਆ? ਇਉਂ ਉਹਨਾਂ ਉਸਨੇ ਠੋਕਰ ਖਾਧੀ ਪਰ ਯਿਸੂ ਨੇ ਉਹਨੂੰ ਆਖਿਆ ਨਬੀ ਦਾ ਆਪਣੇ ਦੇਸ਼ ਵਿੱਚ ਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਰਾਦਰ ਨਹੀਂ ਹੁੰਦਾ। ਤੇ ਉਸਨੇ ਉਹਨਾਂ ਦੀ ਬੇਪਰਦਗੀ ਦੇ ਕਾਰਨ ਉੱਥੇ ਬਹੁਤ ਕਰਾਮਾਤਾਂ ਨਾ ਕੀਤੀਆਂ। ਅਸੀਂ ਇਹਨੂੰ ਮਤਲਬ ਇਹ ਬੜੇ ਹੀ ਇੰਟਰਸਟਿੰਗ ਤਰੀਕੇ ਦੇ ਨਾਲ ਦੇਖਿਆ ਕਿ ਅੱਜ ਵੀ ਜਦੋਂ ਅਸੀਂ ਕੁਛ ਨਾ ਕੁਛ ਖੁਦਾ ਦੀ ਜ਼ਿੰਦਗੀ ਵਿੱਚ ਬੈਠਦੇ ਹਾਂ ਤੇ ਸਾਨੂੰ ਕਾਫੀ ਉਲਝਣਾਂ ਆਉਂਦੀਆਂ ਆ ਤਾਂ ਅਸੀਂ ਉਸ ਟਾਈਮ ਸਿਰ ਨਹੀਂ ਪਾਉਂਦੇ। ਇਸ ਕਰਕੇ ਅਸੀਂ ਕਾਫੀ ਚੀਜ਼ਾਂ ਦੇਖਦੇ ਹਾਂ ਕਿ ਸਾਨੂੰ ਜਿਹੜੇ ਮੁਸ਼ਕਿਲਾਂ ਹਨ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਇੱਥੇ ਅਸੀਂ ਬੜੇ ਇੰਟਰਸਟਿੰਗ ਤਰੀਕੇ ਦੇ ਨਾਲ ਹੀ ਪਹਿਲਾਂ ਤਾਂ ਪਹੇਲੀਆਂ ਨੂੰ ਦੇਖ ਲਿਆ ਕਿ ਪਹੇਲੀਆਂ ਵਿੱਚ ਇਸ ਕਰਕੇ ਕਿਹਾ ਗਿਆ ਹੈ ਕਿ ਕੁਛ ਉਹ ਵੀ ਲੋਕੀ ਆ ਜਿਹੜੇ ਐਕਚੁਅਲੀ ਬੁਰੇ ਆ ਤੇ ਬੁਰਿਆਂ ਤੋਂ ਚੜਨਾ ਵੀ ਨਹੀਂ ਚਾਹੁੰਦੇ ਕਿ ਉਹ ਅੱਛੀ ਗੱਲ ਨੂੰ ਸੁਣ ਕੇ ਤੇ ਉਹ ਵੀ ਕਿਤੇ ਉਹਨਾਂ ਵਰਗੇ ਨਾ ਹੋ ਜਾਣ ਕਿ ਉਹਨਾਂ ਨੂੰ ਗਲਤ ਜਿਹੜਾ ਗਿਆਨ ਆ ਗਲਤ ਲੋਕਾਂ ਦੇ ਹੱਥ ਵਿੱਚ ਨਾ ਪਵੇ, ਹਨਾ। ਐਂਡ ਅਸੀਂ ਇਸ ਤੋਂ ਪਿੱਛੋਂ ਜਾ ਕੇ ਦੇਖਦੇ ਹਾਂ ਕਿ ਗਿਆਨ ਦਾ ਗਲਤ ਲੋਕਾਂ ਦੇ ਵਿੱਚ ਹੱਥ ਪੈ ਜਾਣਾ ਕਈ ਵਾਰੀ ਲੋਕੀ ਨਜ਼ਰ ਆਉਂਦੇ ਕਿ ਉਹ ਇੱਥੋਂ ਤੱਕ ਕਿ ਵਚਨ ਸਿਖਾਉਂਦੇ ਆ। ਮੈਂ ਕੁਛ ਏਦਾਂ ਦੇ ਟੀਚਰ ਨੂੰ ਦੇਖਿਆ ਕਿ ਪਾਕ ਨੂੰ ਅਲਾਓ ਕਰਦੇ ਆ ਕਿ ਉਹਨਾਂ ਨੂੰ ਉਹ ਵਚਨ ਸਿਖਾਉਣ ਦੀ ਸਮਝ ਦੇਵੇ, ਵਚਨ ਉਹਨਾਂ ਨੂੰ ਸਮਝ ਆਵੇ, ਪਰ ਉਹਨਾਂ ਦੀ ਆਪਣੀ
ਕਿ ਵਿੱਚ ਉਹਨਾਂ ਦਾ ਉਸ ਵਚਨ ਦਾ ਬਿਲਕੁਲ ਵੀ ਕਿਰਦਾਰ ਤੋਂ ਨਜ਼ਰ ਨਹੀਂ ਆਉਂਦਾ। ਉਹ ਲੋਕੀ ਭੇਡਾਂ ਵਿੱਚ ਭੇੜੀਆਂ ਦੀ ਤਰ੍ਹਾਂ ਆਉਂਦੇ ਆ ਤੇ ਸਾਨੂੰ ਉਹਨਾਂ ਤੋਂ ਹੁਸ਼ਿਆਰ ਰਹਿਣ ਲਈ ਬਾਰ-ਬਾਰ ਕਿਹਾ ਗਿਆ ਤੇ ਸਾਨੂੰ ਸਮਝਾਇਆ ਗਿਆ। ਪਰ ਸਾਨੂੰ ਮਤਲਬ ਉਹਨਾਂ ਇਹੋ ਜਿਹੇ ਲੋਕੀ ਤੁਹਾਨੂੰ ਨਜ਼ਰ ਆਉਂਦੇ ਕਿ ਉਹ ਹਰ ਚੀਜ਼ ਦੀ ਉਹਨਾਂ ਨੂੰ ਸਮਝ ਹੈ, ਜਿੱਦਾਂ ਉਹਨਾਂ ਨੂੰ ਬਿਲਕੁਲ ਪਤਾ ਹੈ, ਜਿੱਦਾਂ ਇੱਕ ਡਾਕਟਰ ਨੂੰ ਪਤਾ ਹੁੰਦਾ ਕਿ ਆਹ ਪੋਇਜ਼ਨ ਆ, ਇਹਨੂੰ ਟੱਚ ਨਹੀਂ ਕਰਨਾ, ਆਹ ਤੁਸੀਂ ਅਰ ਗਿਆ ਕਿਸੇ ਚੀਜ਼ ਦਾ ਆ ਇਹਦਾ ਇਹਨਾਂ ਨੂੰ 2 ਦਿਨਾਂ ਨੂੰ ਮਿਕਸ ਕਰੋ ਤਾਂ ਆਹ ਲਾ ਜਾਂਦਾ, 4-5 ਨੂੰ ਮਿਕਸ ਕਰੋ ਤਾਂ ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਕਾਫੀ ਜ਼ਿਆਦਾ ਸਮਝ ਆ ਕਲਾਮ ਦੀ। ਪਰ ਇਹਦੇ ਬਾਵਜੂਦ ਵੀ ਉਹਨਾਂ ਨੂੰ ਆਪਣੀ ਜਾਨ ਨੂੰ ਬਚਾਉਣ ਦੀ ਸਮਝ ਨਹੀਂ ਦਿੱਤੀ ਸ਼ੈਤਾਨ ਨੇ। ਉਹ ਸਾਰਾ ਕੁਛ ਹੀ ਉਸ ਰਾਹ ਤੇ ਤੁਰੇ ਹੋਇਆ ਕਿ ਤੂੰ ਕੀ ਕਮਾਇਆ ਜੇ ਤੂੰ ਆਪਣੀ ਜਾਨ ਦਾ ਨੁਕਸਾਨ ਕਰਾਇਆ ਹੈ। ਤੇ ਉਹ ਲੋਕੀ ਕਲਾਮ ਨੂੰ ਹੀ ਵੇਚ ਰਹੇ ਆ ਤੇ ਕਲਾਮ ਨੂੰ ਵੇਚ ਕੇ ਆਪਣੀਆਂ ਉਹਨਾਂ ਨੇ ਗੱਡੀਆਂ ਲੈ ਲਈਆਂ, ਵੱਡੇ ਵੱਡੇ ਘਰ ਲੈ ਲਿਆ, ਆਪਣੇ ਉਹਨਾਂ ਨੇ ਬੈਂਕ ਬੈਲੈਂਸ ਜਮ੍ਹਾਂ ਕਰ ਲਿਆ। ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਲੋਕਾਂ ਨੂੰ ਵੀ ਏਦਾਂ ਹੈ ਕਿ ਖੁਦਾ ਨੇ ਜਿੱਦਾਂ ਪਤੀ ਤੇ ਪਤਨੀ ਦੇ ਵਿੱਚੋਂ ਇੱਕ ਪਰਸਨ ਨੂੰ ਏਦਾਂ ਦਾ ਰੱਖਿਆ ਹੁੰਦਾ ਕਿ ਉਹ ਕਾਫੀ ਸਾਰੇ ਅੰਨੇ ਲੋਕਾਂ ਦੇ ਘਰ ਵਿੱਚ 1 ਲੱਖ ਹੀ ਉਹ ਫਿਰ ਵੀ ਦੇ ਦਿੰਦਾ। ਤੇ ਮਤਲਬ ਕਿੱਡੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਉਸ ਵੇਲੇ ਪਤੀ ਜਾਂ ਪਤਨੀ ਉੱਤੇ। ਜਿਹੜਾ ਪਾਰਟਨਰ ਨਹੀਂ ਮਤਲਬ ਦੁਨੀਆਦਾਰ ਹੈਗਾ ਉਹਦੇ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਕਿ ਉਹਨੇ ਆਪਣੇ ਖੁਦਾ ਦੇ ਬੱਚੇ ਨੂੰ ਇੱਕ ਰੋਸ਼ਨੀ ਦੀ ਤਰ੍ਹਾਂ ਬਾਰ-ਬਾਰ ਇਹਦੇ ਝੰਡੇ ਦੀ ਤਰ੍ਹਾਂ ਲਹਿਰਾਉਂਦੇ ਰਹਿਣਾ ਉਹਨਾਂ ਦੇ ਵਿੱਚ ਨਾ। ਐਂਡ ਜੇ ਖੁਦਾ ਨੇ ਇਹ ਕੰਮ ਦਿੱਤਾ ਤੇ ਫਿਰ ਇਹ ਕਰਨਾ ਪਊਗਾ ਨਾ। ਤੇ ਕਈ ਵਾਰੀ ਇੱਥੇ ਕੀ ਸੁਸਾਇਟੀ ਵੀ ਸਾਨੂੰ ਮਦਦ ਨਹੀਂ ਕਰਦੀ। ਅਸੀਂ ਦੇਖਦੇ ਕਿ ਸੁਸਾਇਟੀ ਨਾ ਆਦਮੀ ਨੂੰ ਉਹ ਰੁਤਬਾ ਦੇ ਦਿੰਦੀ ਆ, ਕਹਿ ਦਿੰਦੀ ਆ ਕਿ ਤੇਰੇ ਸਿਰ ਦਾ ਸਿਰ ਆ ਤੇ ਇਹ ਤੇਰਾ ਖੁਦਾ ਹੈ। ਤੇ ਇਹ ਨਹੀਂ ਦੇਖਦੀ ਕਿ ਉਹਦੇ ਵਿੱਚ ਖੁਦਾ ਵਾਲੇ ਰੁਤਬੇ ਵੀ ਹੈ ਕਿ ਨਹੀਂ, ਕਿ ਉਹ ਹਰ ਗੱਲ ਦੇ ਉੱਤੇ ਝੂਠ ਬੋਲੀ ਜਾ ਰਿਹਾ, ਹਰ ਗੱਲ ਦੇ ਉੱਤੇ ਚੋਰੀ ਕਰੀ ਜਾ ਰਿਹਾ, ਹਰ ਗੱਲ ਦੇ ਉੱਤੇ ਠੱਗ ਰਿਹਾ ਲੋਕਾਂ ਨੂੰ। ਛੋਟੇ ਮਤਲਬ ਬੱਚਿਆਂ ਦੇ ਲੋਕਾਂ ਦੇ ਘਰਾਂ 'ਚ ਜਾ ਕੇ ਛੋਟੇ ਬੱਚਿਆਂ ਨੂੰ ਗਲਤ ਚੀਜ਼ਾਂ ਕਹਿ ਰਿਹਾ। ਤੇ ਫਿਰ ਇਸ ਕਰਕੇ ਸੁਸਾਇਟੀ ਉਹਨੂੰ ਰੱਬ ਤਾਂ ਨਾ ਕਵੇ, ਰੱਬ ਵਰਗਾ ਤਾਂ ਨਾ ਕਵੇ, ਉਹਦੀ ਵਾਈਫ ਨੂੰ ਤਾਂ ਨਾ ਕਵੇ ਕਿ ਤੂੰ ਰੱਬ ਮੰਨ ਆਪਣਾ। ਪਰ ਇਹ ਕਿ ਸਾਨੂੰ ਕਲਾਮ ਨੇ ਕਿਹਾ ਹੈ ਕਿ ਜਿਹੜਾ ਥਿਕ ਤੇ ਥਿਨ ਭਾਵ ਕਿ ਪਤਲੇ ਤੇ ਭਾਰੇ ਵਿੱਚ, ਅਮੀਰ ਤੇ ਗਰੀਬੀ, ਸਿਕਨੈਸ ਤੇ ਮਤਲਬ ਜਿਹੜੀ ਤੰਦਰੁਸਤੀ ਦੇ ਵਿੱਚ ਸਾਨੂੰ ਤੇ ਆਹੀ ਦਰਅਸਲ ਸਿਕਨੈਸ ਆ। ਜਦੋਂ ਤੁਸੀਂ ਦੇਖਦੇ ਕਿ ਤੁਹਾਡਾ ਅਦਰ ਹਾਫ ਜਿਹੜਾ ਹੈ ਉਹ ਚੋਰੀਆਂ ਕਰਦਾ ਹੈ, ਝੂਠ ਬੋਲਦਾ ਹੈ, ਹੋਰ ਪੁੱਠੀਆਂ ਹਰਕਤਾਂ ਕਰਦਾ, ਆਹੀ ਥਿਕਨੈਸ ਤੇ ਥਿਨਨੈਸ ਜਦੋਂ ਤੁਸੀਂ ਅਮੀਰੀ ਹੈ ਤੁਹਾਡੇ ਕੋਲ, ਤੁਹਾਡੇ ਅਦਰ ਹਾਫ ਦੇ ਕੋਲ ਗਰੀਬੀ ਆ, ਇਹਨਾਂ ਚੀਜ਼ਾਂ ਦੀ ਗਰੀਬੀ, ਸਮਝ ਦੀ ਗਰੀਬੀ, ਆਪਣੇ ਕੋਲ ਵਰਤਨ ਦੀ ਗਰੀਬੀ ਨਹੀਂ। ਤੇ ਉਸ ਵੇਲੇ ਵੀ ਆਪਾਂ ਸਲਾਮ ਕਰਦੇ ਉਹਨਾਂ ਸਾਰੇ ਆਪਾਂ ਸਲਾਮ ਕਰਦੇ ਉਹਨਾਂ ਸਾਰੀਆਂ ਔਰਤਾਂ ਨੂੰ ਜਿਹੜੀਆਂ ਏਦਾਂ ਦੇ ਪਾਰਟਨਰਸ ਨਾਲ ਰਹਿੰਦੀਆਂ ਆ। ਮੈਂ ਦੋਨਾਂ ਹੱਥਾਂ ਨਾਲ ਉਹਨਾਂ ਨੂੰ ਸਲਾਮ ਕਰਦੀ ਹਾਂ ਜਿਹੜੀਆਂ ਏਦਾਂ ਦੇ ਪਾਰਟਨਰਸ ਨਾਲ ਰਹਿੰਦੀਆਂ ਆ, ਜਿਹੜੇ ਚੋਰ ਆ, ਠੱਗ ਆ, ਝੂਠੇ ਆ, ਕਮੀਨੇ ਆ, ਉਹਨਾਂ ਦੇ ਨਾਲ ਵੀ ਜਿਹੜੀਆਂ ਰਹਿੰਦੀਆਂ ਆ ਰਹਿ ਕੇ ਤੇ ਆਪਣੇ ਖੁਦਾ ਦੇ ਵਚਨ ਨੂੰ ਅੱਗੇ ਲੈ ਕੇ ਜਾਂਦੀਆਂ ਆ। ਗॉड्स ਗੋਇੰ ਟੂ ਗਿਵ ਯੂ, ਤੁਹਾਨੂੰ ਬਹੁਤ ਫੋਲਡ ਵਿੱਚ ਖੁਦਾ ਨੇ ਦੇਣਾ ਆ। ਤੇ ਜਿੱਦਾਂ ਮੈਰੀ ਮੈਗਦਲੀਨੀ ਨੂੰ ਭਲਾ ਕੀਤਾ, ਤੁਹਾਡਾ ਵੀ ਕਰਨਾ ਉਹਨੇ ਹੈ ਡੈਫੀਨਿਟਲੀ। ਤੇ ਜਿਹੜੇ ਵੀਰ ਠੀਕ ਆ, ਬਿਲਕੁਲ ਚੰਗੇ ਆ, ਖੁਦਾ ਦੇ ਵਿੱਚ ਪੂਰੇ ਆ, ਹਰ ਵੇਲੇ ਖੁਦਾ ਨੂੰ ਯਾਦ ਰੱਖਦੇ ਆ, ਤੇ ਉਹਨਾਂ ਨੂੰ ਗਲਤ ਵਾਇਸ ਵਰਸਾ ਗਲਤ ਪਤਨੀ ਮਿਲੀ ਹੋਈ ਆ ਜਿਹੜੀ ਹਰ ਵੇਲੇ ਚੋਰੀ ਉੱਤੇ, ਠੱਗੀ ਉੱਤੇ, ਆਪਣੇ ਫੈਸ਼ਨ ਉੱਤੇ, ਹੋਰ ਚੀਜ਼ਾਂ ਤੇ ਪੈਸੇ ਖਰਚ ਕਰਦੀ ਆ ਤੇ ਖੁਦਾ ਦੇ ਵਚਨ ਨੂੰ ਨਹੀਂ ਚੰਗੀ ਤਰ੍ਹਾਂ ਸਮਝਦੀ, ਉਹਨਾਂ ਵੀਰਾਂ ਨੂੰ ਵੀ ਬਹੁਤ ਫਲ ਮਿਲੇਗਾ ਉਹਦਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਖੁਦਾ ਨੇ ਮਤਲਬ ਪਤਰਸ ਨੂੰ, ਉਹਨਾਂ ਨੂੰ ਸਾਰਿਆਂ ਨੂੰ ਦਿੱਤਾ, ਉਹਨਾਂ ਨੂੰ ਵੀ ਮਿਲੇਗਾ ਨਾ। ਕੋਈ ਵੀ ਆ ਮਤਲਬ ਖੁਦਾ ਦੇ ਕਲਾਮ ਦੇ ਵਿੱਚ ਇੱਕ ਥਾਂ ਤੇ ਕਿਹਾ ਗਿਆ ਕਿ ਤੁਸੀਂ ਆਜ਼ਾਦ ਕੀਤੇ ਹੋਏ ਹੋ, ਨਾ ਤੁਸੀਂ ਪਤਨੀ ਹੋ ਨਾ ਪਤੀ ਹੋ, ਨਾ ਤੁਸੀਂ ਮਰਦ ਹੋ ਨਾ ਤੁਸੀਂ ਔਰਤ ਹੋ, ਨਾ ਤੁਸੀਂ ਕੁਛ ਵੀ ਰਾਜੇ ਹੋ ਨਾ ਤੁਸੀਂ ਭਿਖਾਰੀ ਹੋ, ਤੁਸੀਂ ਤਾਂ ਰੂਹ ਹੋ। ਉਹ ਵੀ ਖੁਦਾ ਯਿਸੂ ਮਸੀਹ ਦੇ ਵਿੱਚ ਬਚੀ ਹੋਈ ਰੂਹ, ਬਚਾਈ ਹੋਈ ਰੂਹ, ਉਹ ਫੇਰੀ ਰੂਹ ਜਿਹੜੀ ਆ ਉਹ ਖੁਦਾਵੰਦ ਦੇ ਰੂਪ ਦੇ ਵਿੱਚ ਬਰਕਰਾਰ ਰਹੇਗੀ, ਅਗਰ ਉਹ ਰੂਹ ਜਿਹੜੀ ਹਰ ਵੇਲੇ ਆਪਣੇ ਆਪ ਦੇ ਉੱਤੇ ਇਸ ਤਰ੍ਹਾਂ ਖੁਦਾ ਯਿਸੂ ਮਸੀਹ ਦਾ ਜਿਹੜਾ ਉਹ ਪੈਨੀ ਰੱਖਦੀ ਆ। ਤਾਂ ਕਿ ਤੁਹਾਡਾ ਧਿਆਨ ਵੀ ਭਟਕਾ ਸਕਦਾ ਕਿ ਆਹ ਦੇਖੋ ਜੀ ਕੁਲਿੰਦਰ ਦੇ ਵਾਲ ਥੱਲੇ ਨੂੰ ਇੱਧਰ ਡਿੱਗਦੇ ਆ, ਕੁਲਿੰਦਰ ਦੇ ਵਾਲ ਇੱਧਰ ਪੈਂਦੇ, ਫਲਾਣੇ ਨੇ ਅੱਖਾਂ ਨੂੰ ਆਹ ਲਾਇਆ। ਮਤਲਬ ਇਹ ਕਿ ਉਹ ਕਿਸੇ ਤਰ੍ਹਾਂ ਵੀ ਤੁਹਾਨੂੰ ਕਰੇਗਾ, ਪਰ ਤੁਹਾਨੂੰ ਮੇਰੇ ਅੰਦਰ ਜਿਹੜੀ ਰੂਹ ਆ ਉਹਦੇ ਨਾਲ ਵਾਸਤਾ ਹੋਣਾ ਚਾਹੀਦਾ। ਜਿਹੜੀ ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ, ਉਹਦਾ ਰੰਗ ਨਹੀਂ ਨਾ ਪਤਾ ਲੱਗਦਾ, ਨੀਲਾ, ਪੀਲਾ, ਹਰਾ, ਚਿੱਟਾ, ਗੁਲਾਬੀ, ਉਹਦੇ ਨਾਲ ਵਾਸਤਾ ਹੋਣਾ ਚਾਹੀਦਾ। ਤੁਹਾਡੇ ਕੰਨਾਂ ਦੇ ਵਿੱਚੋਂ ਦੀ ਉਹ ਜਾ ਕੇ ਤੁਹਾਡੇ ਦਿਲ ਦੇ ਉੱਤੇ ਠਾ ਕਰਕੇ ਵੱਜਣੀ ਚਾਹੀਦੀ, ਮੇਰਾ ਰੂਪ ਨਹੀਂ ਤੁਸੀਂ ਜਾਂ ਮੇਰਾ ਨੱਕ ਰੂਪ ਨਹੀਂ। ਤੁਹਾਨੂੰ ਸਿੱਖਣ ਦੀ ਲੋੜ ਆ ਨਾ, ਕਿਉਂਕਿ ਬਹੁਤ ਲੋਕ ਹੋ ਸਕਦੇ ਇਹਨਾਂ ਕੋਲ ਕੁਛ ਨਹੀਂ ਚੱਲਦਾ ਨਾ, ਪਰ ਉਹਨਾਂ ਦੀ ਜ਼ੁਬਾਨ ਦੇ ਵਿੱਚ ਜਿਹੜਾ ਵਚਨ ਹੈ ਉਹ ਐਕਸਟ੍ਰੀਮਲੀ ਵਧੀਆ ਹੋਵੇ। ਤੁਸੀਂ ਇਸ ਕਰਕੇ ਉਹਨਾਂ ਨੂੰ ਨਾ ਦੇਖੋ ਕਿ ਜੇ ਉਹਨਾਂ ਦਾ ਰੂਪ ਜਾਂ ਉਹਨਾਂ ਦਾ ਕੱਪੜਾ ਜਿਹੜਾ ਉਹ ਤੁਹਾਡੇ ਅੱਖਾਂ ਨੂੰ ਨਹੀਂ ਪਾਉਂਦਾ, ਤੁਸੀਂ ਅੱਖਾਂ ਬੰਦ ਕਰਕੇ ਦੇਖੋ ਤਾਂ ਜਰਾ ਕਿ ਖੁਦਾ ਉਹ ਵਾਲੇ ਕੱਪੜੇ ਉਹਨਾਂ ਤੇ ਇਮੈਜਿਨ ਕਰੋ ਜਿਹੜੇ ਸੁਲੇਮਾਨ ਵੀ ਨਹੀਂ ਪਹਿਨਦਾ ਸੀ, ਤੇ ਤੁਹਾਨੂੰ ਅੱਛਾ ਲੱਗੇਗਾ ਸਾਰਾ ਕੁਛ, ਹੈ ਨਾ। ਚਲੋ ਅਸੀਂ ਅੱਗੇ ਆਉਂਦੇ ਹਾਂ ਕਿ ਜਿਹੜਾ ਕਿਹਾ ਕਿ ਖੁਦਾ ਦਾ ਬਚਨ ਜਿਹੜਾ ਹੈ ਨਾ ਉਹ ਇੱਥੇ ਸਾਨੂੰ ਦਿੱਤੀ ਹੈਗੀ ਆ ਇੱਕ ਸੁੱਚੇ ਐਗਜ਼ਾਮਪਲ ਕਿ ਉਹਨੇ ਸਾਰਾ ਹੀ ਕੁਝ ਵੇਚ ਕੇ
ਭਾਵ ਦੁਨੀਆਦਾਰੀ ਚਾਹ ਮਲਾਰ ਖੁਸ਼ੀਆਂ ਸਾਰੀਆਂ ਭਾਵ ਜਿਹੜੇ ਤੁਹਾਡੇ ਦਿਲ ਨੂੰ ਬਹਿਲਾਉਣ ਵਾਲੀਆਂ ਭਾਵਨਾਵਾਂ ਜਿੱਦਾਂ ਮਤਲਬ ਤੁਹਾਨੂੰ ਰਿਸ਼ਤਾਂ ਝੂਟੇ ਦਿੰਦਾ ਆ ਗਲਤ ਖਿਆਲ ਉਹਨਾਂ ਸਾਰਿਆਂ ਨੂੰ ਵੇਚ ਕੇ ਤੇ ਖੁਦਾ ਦੀ ਬਾਦਸ਼ਾਹੀ ਦੇ ਲਈ ਇੱਕ ਮੋਤੀ ਸੱਚਾ ਲੈ ਲਿਆ ਤੇ ਉਹ ਖੁਦਾ ਦਾ ਰਾਜ ਫਿਰ ਇੱਥੇ ਉਹਨੇ ਇੱਕ ਰਾਏ ਦਾ ਜਿੰਨਾ ਵੀ ਕਿਹਾ ਕਿ ਇੰਨਾ ਨਿੱਕਾ ਹੋਣੇ ਬਾਵਜੂਦ ਵੀ ਉਹ ਬਹੁਤ ਫੈਲਦਾ ਫਰਜ਼ ਕੀਤਾ ਕੋਈ ਛੋਟਾ ਜਿਹਾ ਹੀ ਹਜੇ ਇਨਸਾਨ ਕੱਦ ਦਾ ਫਰਜ਼ ਕੀਤਾ ਬਹੁਤ ਛੋਟਾ ਪਰ ਜਿਹੜੀ ਉਹਨੂੰ ਸਮਝ ਆ ਖੁਦਾ ਦੀ ਕਿ ਉਹ ਵੀ ਬਹੁਤ ਵੱਡੀ ਆ ਸਾਨੂੰ ਇਹਦੇ ਚ ਦੀ ਐਗਜ਼ਾਮਪਲ ਮਿਲੀ ਹੈਗੀ ਫਿਰ ਅਸੀਂ ਇੱਥੇ ਦੇਖਿਆ ਹੈਗਾ ਇਹਨੂੰ ਕਿ ਮਤਲਬ ਖਜ਼ਾਨੇ ਨੂੰ ਅਸੀਂ ਦੇਖ ਲਿਆ ਕਿਉਂਕਿ ਕਈ ਵਾਰੀ ਹੈਗਾ ਕਿ ਇਹ ਸਾਰੇ ਇਹਦਾ ਬਚਨ ਦਾ ਜਿਹੜਾ ਖਜ਼ਾਨਾ ਜਿੰਨਾ ਚਿਰ ਤੁਸੀਂ ਇਹਨੂੰ ਆਪਣੇ ਅੰਦਰ ਨਹੀਂ ਮਤਲਬ ਰੱਖਦੇ ਉਹਨਾਂ ਚਿਰ ਤੁਸੀਂ ਇਹਨੂੰ ਨਹੀਂ ਸਮਝੋਗੇ ਤੁਸੀਂ ਇਹਦੇ ਬਾਰੇ ਚ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤੁਸੀਂ ਜਸਾਇਆ 55 ਦੀ 10ਵੀਂ ਆਇਤ ਜਿਹੜੀ ਆ ਉਹਦੀ 10ਵੀਂ 11ਵੀਂ ਆਇਤ ਤੁਸੀਂ ਜ਼ਰੂਰ ਪੜ੍ਹ ਲਿਓ ਇਹ ਤੁਹਾਡੇ ਲਈ ਅੱਛਾ ਹੋਏਗਾ ਕਿਉਂਕਿ ਅਸੀਂ ਇਹ ਕਿਉਂ ਨਹੀਂ ਸਮਝ ਪਾਉਂਦੇ ਅਸੀਂ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਸਿੱਖੀਏ ਕਿ ਸਾਡੇ ਕੋਲ ਜਿੰਨਾ ਚਿਰ ਖੁਦਾ ਵਰਗਾ ਦਿਲ ਜਦੋਂ ਦੇਖਿਆ ਉਹਨਾਂ ਨੇ ਕਾਫੀ ਸਾਰੇ ਲੋਕ ਇਕੱਠੇ ਹੋ ਗਏ ਉਹ ਭੀੜ ਨੂੰ ਦੇਖਣ ਲਈ ਮੈਨੂੰ ਪੂਰੀ ਨਜ਼ਰ ਆਵੇ ਉਹ ਮਤਲਬ ਪਹੁੰਚ ਗਏ ਹੈ ਕਿ ਆਪ ਝੀਲ ਦੇ ਉੱਤੇ ਬੇੜੀ 'ਚ ਬਹਿ ਗਏ ਉਹਨਾਂ ਨੇ ਪਹਿਲ ਵੀ ਦਿੱਤੀ ਆ ਉਹਨਾਂ ਲੋਕਾਂ ਨੂੰ ਜਿਹੜੇ ਉਹਨਾਂ ਨੂੰ ਦੇਖਣ ਸੁਣਨ ਆਏ ਆ ਕਿਉਂਕਿ ਉਹਨਾਂ ਨੂੰ ਜ਼ਰੂਰੀ ਹੈ ਕਿ ਚਾਹੁੰਦੇ ਉਹ ਸਾਰੇ ਦੇਖ ਕੇ ਲੈ ਜਾਣਾ ਨਾ ਜਿਹੜਾ ਵਚਨ ਚਾਹੀਦਾ ਫਿਰ ਉਹਨਾਂ ਦੀ ਉਹ ਕਰੰਸੀ ਵਾਂਗੂ ਹੋਊਗਾ ਜਦੋਂ ਉਹਨਾਂ ਨੂੰ ਲੋੜ ਪਊਗੀ ਉਦੋਂ ਉਹਨਾਂ ਨੂੰ ਵਰਤ ਲੈਣਾ ਨਾ ਮਤਲਬ ਬਟ ਮੈਂ ਕੱਲ ਦੇਖਿਆ ਕਿ ਬੱਚੇ ਨੂੰ ਕਨੈਕਟ ਕਰਨ ਦਾ ਫਲ ਮੈਨੂੰ ਇੱਕ ਫੋਨ ਆਇਆ ਮੈਨੂੰ ਬੱਚੀ ਨੇ ਕਿਹਾ ਕਿ ਮੇਰਾ ਸਾਰਾ ਪਰਿਵਾਰ ਹਸਪੀਟਲ ਦੇ ਵਿੱਚ ਆ ਤੇ ਮੇਰੇ ਲਈ ਦੁਆ ਕਰ ਦਿਓ ਮੈਂ ਦੁਆ ਕਰਕੇ ਭੇਜ ਦਿੱਤੀ ਉਹਦਾ ਫਿਰ ਦੁਬਾਰਾ ਮੈਸੇਜ ਆਇਆ ਦੁਆ ਫਿਰ ਕਰ ਦਿਓ ਮੈਨੂੰ ਸੁੱਖ ਸ਼ਾਂਤੀ ਨਹੀਂ ਪ੍ਰਾਪਤ ਹੋਈ ਮੈਂ ਉਹਨੂੰ ਫਿਰ ਕਿਹਾ ਮੈਂ ਕਿਹਾ ਤੈਨੂੰ ਸੁੱਖ ਸ਼ਾਂਤੀ ਇਸ ਕਰਕੇ ਪ੍ਰਾਪਤ ਨਹੀਂ ਹੋਈ ਕਿਉਂਕਿ ਤੂੰ ਆਪਣੇ ਦਿਲ ਦੇ ਵਿੱਚ ਸੁੱਖ ਸ਼ਾਂਤੀ ਵਾਲਾ ਜਿਹੜਾ ਹੈਗਾ ਆ ਮਤਲਬ ਜਗ੍ਹਾ ਨਹੀਂ ਬਣਾ ਕੇ ਰੱਖੀ ਹੋਈ ਉਹ ਕਿੱਥੇ ਬੈਠੇ ਆ ਕੇ ਸੁੱਖ ਸ਼ਾਂਤੀ ਕਿੱਥੇ ਰਵੇ ਆ ਕੇ ਤੂੰ ਉਹਦੇ ਲਈ ਪ੍ਰਪੇਅਰ ਕਰਕੇ ਸੁੱਖ ਸ਼ਾਂਤੀ ਬੈਠੂਗੀ ਮੈਂ ਕਿਹਾ ਤੂੰ ਆਪਣੇ ਪਰਿਵਾਰ ਲਈ ਦੁਆ ਕਰੇਂਗੀ ਤੂੰ ਉਹਨਾਂ ਨੂੰ ਕਹੇਂਗੀ ਤੂੰ ਨਬੂਤ ਕਰੇਂਗੀ ਕਿ ਮੇਰੀ ਮਾਂ ਜਿਹੜੀ ਆ ਉਹ ਗਿੱਧਾ ਪਾਉਂਦੀ ਆ ਖੁਸ਼ ਹੋ ਕੇ ਤੇ ਉਹਨੂੰ ਇੰਜੋਏ ਕਰਦੀ ਆ ਮੇਰੇ ਜਿਹੜੇ ਭਰਾ ਆ ਉਹ ਨਾ ਇਸ ਵੇਲੇ ਇੰਨਾ ਪੈਸਾ ਕਮਾ ਕੇ ਸਹੀ ਤਰੀਕੇ ਨਾਲ ਲੈ ਕੇ ਆਇਆ ਕਿ ਅਸੀਂ ਘਰ ਦੇ ਵਿੱਚ ਅਸੀਂ ਵੱਡੀ ਜਿਹੜੀ ਸ਼ੁਕਰਗੁਜ਼ਾਰੀ ਦੇ ਰਹੇ ਅਸੀਂ ਗਰੀਬਾਂ ਦੇ ਬੱਚਿਆਂ ਨੂੰ ਦੇ ਮੂੰਹ ਭਰ ਰਹੇ ਤੇ ਤੇਰਾ ਜਿਹੜਾ ਪਿਓ ਆ ਉਹ ਹਰ ਵੇਲੇ ਖੁਦਾ ਦੇ ਵਿੱਚ ਧਮਾਲਾਂ ਪਾਉਂਦਾ ਹੈ ਖੁਸ਼ ਹੁੰਦਾ ਹੈ ਸਾਰਾ ਕੁਛ ਮੈਂ ਕਿਹਾ ਤੂੰ ਨਬੂਤ ਕਰ ਪੂਰਾ ਦਿਨ ਨਬੂਤ ਕਰੀ ਜਾ ਤੇ ਮੈਂ ਦੇਖਦੀ ਹਾਂ ਕਿ ਕਿਹੜੀ ਬਿਮਾਰੀ ਹੈ ਜਿਹੜੀ ਟਿਕ ਸਕੇ ਤੇਰੀ ਨਬੂਤ ਅੱਗੇ ਤੇ ਮੈਨੂੰ ਉਸ ਕੁੜੀ ਦਾ ਬਾਅਦ 2 ਘੰਟੇ ਬਾਅਦ ਮੈਸੇਜ ਆ ਗਿਆ ਕਹਿੰਦੀ ਸਿਸਟਰ ਜੀ ਮੇਰੀ ਫੈਮਿਲੀ ਬਿਲਕੁਲ ਠੀਕ ਹੈ ਮੈਂ ਕਿਹਾ ਆਈ ਤੇ ਮੈਂ ਚਾਹੁੰਦੀ ਹਾਂ ਅੰਨਾ ਕੀ ਪਾੜੇ ਦੋ ਅੱਖਾਂ ਆਹੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪੇ ਸਿੱਖੋ ਕਿ ਕਿੱਦਾਂ ਖਾਣਾ ਆ ਤੁਸੀਂ ਮੈਂ ਤੁਹਾਨੂੰ ਹਰ ਵੇਲੇ ਚਮਚੇ ਦੇ ਨਾਲ ਨਹੀਂ ਖਿਲਾਉਣਾ ਏਦਾਂ ਤੁਸੀਂ ਕੋਈ ਦੁੱਧ ਚੁੰਗਦੇ ਬੱਚੇ ਨਹੀਂ ਹੈਗੇ ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਤੁਸੀਂ ਮਸੀਹ ਦੇ ਘਰ ਦੇ ਵਿੱਚ ਜੰਮੇ ਹੋਏ ਬੱਚੀਆਂ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਖੁਦਾ ਯਿਸੂ ਮਸੀਹ ਨੇ ਕੀ ਕਿਹਾ ਕਰਨ ਲਈ ਉਹਨੂੰ ਬਣਾਉਣਾ ਚਾਹੀਦਾ ਤੁਹਾਨੂੰ ਇਸ ਕਰਕੇ ਅਸੀਂ ਇਹ ਦੇਖਦੇ ਕਿ ਜੇ ਸਾਨੂੰ ਵਾਕਈ ਖੁਦਾ ਯਿਸੂ ਮਸੀਹ ਦਾ ਦਿਮਾਗ ਜਿਹੜਾ ਹੈ ਉਹ ਅਸੀਂ ਚਾਹੁੰਦੇ ਹਾਂ ਤੇ ਅਸੀਂ ਦੂਜੇ ਕੁਰਿੰਥੀਆਂ ਦੇ 10ਵੀਂ ਤੋਂ ਲੈ ਕੇ ਦੂਸਰੇ ਕੁਰਿੰਥੀਆਂ ਦੇ 10ਵੇਂ ਚੈਪਟਰ ਦੀ 3 ਤੇ 5ਵੀਂ ਆਇਤ ਪੜ੍ਹੀਏ ਭਾਵੇਂ ਸਰੀਰ ਵਿੱਚ ਅਸੀਂ ਚੱਲਦੇ ਹਾਂ ਪਰ ਸਾਨੂੰ ਸਰੀਰਕ ਭਾਵਨਾਵਾਂ ਦੁਆਰਾ ਲੜਾਈ ਨਹੀਂ ਕਰਨੀ ਚਾਹੀਦੀ ਸਾਡੀ ਭਲਾਈ ਦੇ ਹਥਿਆਰ ਸਰੀਰਕ ਤਾਂ ਹਨ ਪਰ ਫਿਰ ਵੀ ਖੁਦਾ ਪ੍ਰਸਤੀ ਖੁਦਾਤਮਕ ਹਨ ਤੇ ਅਸੀਂ ਆਲਮਾਈਟੀ ਖੁਦਾ ਦੀ ਤਾਕਤ ਨਾਲ ਅੰਧਕਾਰ ਦੇ ਆਤਮੇ ਨਾਲ ਵੀ ਲੜ ਸਕਦੇ ਹਾਂ ਤੇ ਅਸੀਂ ਕਿੱਦਾਂ ਇੱਥੇ ਸਾਫ਼ ਦੱਸਿਆ ਗਿਆ ਭਾਈ ਜੇ ਤੁਹਾਨੂੰ ਚਾਹੀਦਾ ਖੁਦਾ ਯਿਸੂ ਮਸੀਹ ਦਾ ਦਿਮਾਗ ਪਿਛਲੀ ਵਾਰੀ ਵੀ ਤੁਹਾਨੂੰ ਸਾਂਝੇ ਕਰਦੀ ਆਈ ਆ ਕੁਛ ਜਿਹੜੇ ਬੱਚੇ ਨੇ ਕੁਛ ਜਿਹੜੇ ਆ ਉਹ ਮਤਲਬ ਪੁਆਇੰਟਸ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਖਾਸ ਫਿਰ ਪੜ੍ਹ ਲਿਖ ਆਇਆ ਕਿ ਤੁਸੀਂ ਦੂਜੇ ਕੁਰਿੰਥੀਆਂ ਦੇ 10ਵੇਂ ਚੈਪਟਰ ਦੀ 3 ਤੋਂ ਲੈ ਕੇ 5ਵੀਂ ਚ ਪੜ੍ਹੋ ਜੇ ਤੁਹਾਨੂੰ ਖੁਦਾ ਯਿਸੂ ਮਸੀਹ ਦਾ ਦਿਮਾਗ ਤੇ ਦਿਲ ਚਾਹੀਦਾ ਆ ਤੇ ਉਹ ਹਥਿਆਰ ਜਿਹਨਾਂ ਦੀ ਮੈਂ ਗੱਲ ਕਰਦੀ ਆ ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਆ ਕੀ ਕਿਹਾ ਗਿਆ ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਹਾਂ ਪਰ ਸਾਨੂੰ ਸਰੀਰਕ ਭਾਵਨਾਵਾਂ ਮੁਤਾਬਿਕ ਨਹੀਂ ਲੜਾਈ ਕਰਨੀ ਚਾਹੀਦੀ ਹੁਣ ਫਰਜ਼ ਕੀਤਾ ਮੈਨੂੰ ਕਿਸੇ ਨੇ ਆ ਕੇ ਕੁਛ ਬੁਰਾ ਭਲਾ ਕਹਿ ਦਿੱਤਾ ਤੇ ਮੈਨੂੰ ਉਹਦੇ ਤੇ ਗੁੱਸਾ ਆਇਆ ਹਨਾ ਕਿਉਂਕਿ ਉਹਨੇ ਮੈਨੂੰ ਬੁਰਾ ਭਲਾ ਕਹਿ ਦਿੱਤਾ ਸਾਨੂੰ ਤੇ ਕਿਹਾ ਗਿਆ ਕਿ ਸਰੀਰਕ ਭਾਵਨਾ ਮੁਤਾਬਿਕ ਨਹੀਂ ਲੜਾਈ ਕਰਨੀ ਚਾਹੀਦੀ ਪਰ ਸਾਨੂੰ ਖੁਦਾ ਦੇ ਕੋਲੋਂ ਜਿਹੜੀ ਬਾਣੀ ਦਾ ਬਾਲਿਆ ਉਹਦੇ ਨਾਲ ਸਾਨੂੰ ਅੰਧਕਾਰ ਦੇ ਨਾਲ ਲੜਨ ਲਈ ਤਾਕਤ ਜਿਹੜੀ ਉਹ ਸਮਝੇ ਤੇ ਫੇਰ ਸਾਡੀ ਜ਼ਿੰਦਗੀ ਵਿੱਚ ਸਾਡੇ ਖਿਆਲਾਂ ਵਿੱਚ ਜ਼ਰੀ ਹੋਦੀਆਂ ਜਿਹੜੀਆਂ ਦੁਬਾਰਾ ਆ ਉਹ ਸਾਡੀਆਂ ਫੇਰ ਟੁੱਟਣਗੀਆਂ ਫਿਰ ਢਹਿਣਗੀਆਂ ਜਦੋਂ ਅਸੀਂ ਆਹ ਕਰਦੇ ਹਾਂ ਨਾ ਹੁਣ ਇਹ ਕਰਨ ਲਈ ਤੁਹਾਨੂੰ ਵਕਤ ਚਾਹੀਦਾ ਤੁਸੀਂ ਜੇ ਸਾਰਾ ਵਕਤ ਆਪਣੇ ਜਿਹੜੇ ਝੋਲੇ ਚੁੱਕਾਂ ਨੂੰ ਖੁਸ਼ ਕਰਨ ਤੇ ਲਾ ਦਿੱਤਾ ਕਿ ਮਖੌਲੀਆਂ ਦੇ ਉੱਤੇ ਹੱਸਣ ਦੇ ਉੱਤੇ ਲਾ ਦਿੱਤਾ ਜਿਹੜੇ ਤੁਹਾਡੇ ਡਰਾਮੇ ਦੇ ਵਾਹ ਕਰਨ ਦੇ ਉੱਤੇ ਲਾ ਦਿੱਤਾ ਤੇ ਤੁਸੀਂ ਫਿਰ
ਅੰਧਕੋਰ ਦੀ ਆਤਮਾ ਨਾਲ ਕਿੱਦਾਂ ਲੜੋਗੇ? ਕਿੱਥੋਂ ਲਿਆਵੋਗੇ ਤਾਕਤ ਉਹਦੇ ਨਾਲ ਲੜਨ ਲਈ ਜੋ ਤੁਸੀਂ ਆਲਰੇਡੀ ਤੁਹਾਨੂੰ ਪਤਾ ਹੀ ਨਹੀਂ ਸੀ ਕਿੱਥੇ ਰੱਖਿਆ। ਤੁਹਾਨੂੰ ਕੋਈ ਚੀਜ਼ ਚਾਹੀਦੀ ਹੋਵੇ ਤੇ ਤੁਸੀਂ ਉਹਨੂੰ ਸੰਭਾਲ ਕੇ ਰੱਖੋਗੇ ਤਾਂ ਲੱਭੋਗੇ ਨਹੀਂ। ਜਦੋਂ ਖੁਦਾ ਦੇ ਨਾਲ ਰਿਸ਼ਤਾ ਨਹੀਂ ਰੱਖਿਆ ਤੇ ਕਿੱਦਾਂ ਲੱਭੋਗਾ ਤੁਹਾਨੂੰ ਕਿ ਤੁਸੀਂ ਕਿਹਾ ਸੀ ਕਿਹੜੇ ਤਰੀਕੇ ਨਾਲ ਲੜਨਾ ਉਹਦੇ ਨਾਲ, ਹਨਾ? ਇਸ ਕਰਕੇ ਤੁਹਾਡਾ ਉਹਦੇ ਨਾਲ ਰਿਸ਼ਤਾ ਹਰ ਵੇਲੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਹਨਾ? ਐਂਡ ਅਸੀਂ ਕੀ ਦੇਖਦੇ ਆਪਣੀ ਹਰ ਆਦਤ ਨੂੰ ਮਤਲਬ ਤੁਸੀਂ ਜਿਹੜੀ ਹਰ ਆਦਤ ਨੂੰ ਖੁਦਾ ਦੇ ਅੱਗੇ ਰੱਖਣਾ, ਪਰ ਜਿਹੜਾ ਤੁਹਾਡਾ ਗਿਆਨ ਅਕਲਮੰਦੀ ਆ ਉਹ ਖੁਦਾ ਦੇ ਖਿਲਾਫ ਤਾਂ ਨਹੀਂ ਦੇਖਣਾ ਕਿ ਹੈਗੀ। ਤੁਹਾਡੀ ਜਿਹੜੀ ਆਪਣੀ ਅਕਲ ਹੈ ਕਿਤੇ ਖੁਦਾ ਦੀ ਦਿੱਤੀ ਸਮਝ ਦੇ ਖਿਲਾਫ ਤਾਂ ਨਹੀਂ ਹੈਗੀ, ਖੁਦਾ ਦੀ ਦਿੱਤੀ ਕਲਾਮ ਦੇ ਖਿਲਾਫ ਤਾਂ ਨਹੀਂ ਹੈਗੀ। ਇਸ ਤਰ੍ਹਾਂ ਤੁਸੀਂ ਕਿਹਦੇ ਨਾਲ ਲੜਨਾ? ਤਾਂ ਆਪਣੀ ਆਦਤ ਨੂੰ ਜਿਹੜੀ ਖਿੱਚ ਕੇ ਰੱਖਣਾ ਅੱਗੇ, ਮਤਲਬ ਖਿੱਚ ਕੇ ਰੱਖਣਾ ਆਪਣੀ ਆਦਤ ਨੂੰ ਕਿ ਤੁਹਾਡੀ ਆਦਤ ਕਿਤੇ ਤੁਹਾਨੂੰ ਜਿਹੜੀ ਨਰਕ ਦੀ ਅੱਗ ਵਾਲੇ ਬੰਨੇ ਤੇ ਨਹੀਂ ਲੈ ਕੇ ਜਾ ਰਹੀ ਕਿ ਜਿੱਥੇ ਤੁਹਾਡੀ ਆਦਤ ਤੁਹਾਨੂੰ ਖਿੱਚ ਕੇ ਉਧਰਲੇ ਬੰਨੇ ਲੈ ਕੇ ਨਹੀਂ, ਤੁਸੀਂ ਖਿੱਚ ਕੇ ਉਹਨੂੰ ਤੁਸੀਂ ਖੁਦਾ ਦੇ ਨਾਲ ਜਿਹੜੀ ਦਿੱਤੀ ਹੋਈ ਸਾਡੇ ਪਰਮੇਸ਼ਰ ਨੇ ਸਮਝਦਾਰੀ ਤੇ ਗਿਆਨ ਜਿਹੜਾ ਕਲਾਮ ਦਾ ਉਹ ਤੁਸੀਂ ਮੁੜ ਕੇ ਉਹਨੂੰ ਖਿੱਚ ਕੇ ਉੱਥੇ ਲੈ ਕੇ ਆਉਣਾ, ਖਿੱਚ ਕੇ ਉੱਥੇ ਲੈ ਕੇ ਇਹ ਤੁਹਾਡੀ ਸਰੀਰਕ ਨਹੀਂ ਆਤਮਿਕ ਲੜਾਈ ਆ, ਹਨਾ, ਖੁਦਾ ਦੇ ਨਾਲ। ਸੋ ਇਸ ਤਰ੍ਹਾਂ ਤੁਸੀਂ ਦੇਖਦੇ ਕਈ ਵਾਰੀ ਕਿ ਅਸੀਂ ਜਦੋਂ ਮੈਂ ਇੱਥੇ ਦੇਖਿਆ ਕਿ ਆਪਾਂ ਨੂੰ ਖੁਦਾ ਯਿਸੂ ਮਸੀਹ ਦੀ ਜਿਹੜੀ ਓਬੀਡੀਐਂਸ ਆ, ਬਾਣੀ ਦੀ ਜਿਹੜੀ ਓਬੀਡੀਐਂਸ ਆ, ਪਰਮੇਸ਼ਰ ਦੇ ਪ੍ਰਚਾਰ ਦੀ ਜਿਹੜੀ ਆਪਾਂ ਹੁਣ ਕਰ ਰਹੇ ਹਾਂ, ਸਾਨੂੰ ਉਸ ਓਬੀਡੀਐਂਸ ਦੀ ਜਿਹੜੀ ਵਾੜ ਆ ਉਹ ਆਲੇ ਦੁਆਲੇ ਆਪਣੇ ਲਾਈ ਰੱਖਣੀ ਚਾਹੀਦੀ ਹੈ। ਮਤਲਬ ਜਿਹਨੂੰ ਕਹਿੰਦੇ ਓਬੀਡੀਐਂਸ ਦੀ ਮਤਲਬ ਸਿਆਣਪ ਦੀ ਕਹਿ ਸਕਦੇ ਹਾਂ ਜਾਂ ਕਹਿ ਸਕਦੇ ਹਾਂ ਡਿਸਿਪਲਿਨ ਦੀ ਵਾੜ ਨੂੰ ਨਾ। ਤੇ ਉਹਦੇ ਵਿੱਚ ਕੀ ਆ ਜਿਹੜਾ ਹੁਣ ਪ੍ਰਚਾਰ ਆ ਇਹ ਇੱਕ ਤਰ੍ਹਾਂ ਨਾਲ ਇਹ ਯੂਨੀਵਰਸਿਟੀ ਆ, ਸਾਡਾ ਸਕੂਲ ਆ। ਐਂਡ ਇੱਥੇ ਅਸੀਂ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਜਨਮ ਲੈਣਾ। ਕਿੱਦਾਂ ਜੰਮੋਗੇ ਤੁਸੀਂ? ਜਦੋਂ ਬਪਤਿਸਮਾ ਲਓਗੇ। ਕਿੱਦਾਂ ਬਪਤਿਸਮਾ ਲਓਗੇ? ਤੁਸੀਂ ਆਪਣੇ ਆਪ ਨੂੰ ਗਲਤ ਵਿਚਾਰਾਂ ਤੋਂ ਅਲੱਗ ਕਰਕੇ ਸਵਿਮ ਕਰਕੇ ਤੁਸੀਂ ਠੀਕ ਵਿਚਾਰਾਂ ਚਾਹੋਗੇ ਤੇ ਫਿਰ ਤੁਸੀਂ ਉਹਦੇ ਚ ਜਨਮ ਲਓਗੇ। ਫਿਰ ਹੌਲੀ ਹੌਲੀ ਸਰੀਰ ਚ ਵਧੋਗੇ, ਹੌਲੀ ਹੌਲੀ ਤੁਸੀਂ ਦੁੱਧ ਪੀਓਗੇ, ਦੁੱਧ ਤੋਂ ਫਿਰ ਰੋਟੀ ਖਾਓਗੇ, ਰੋਟੀ ਤੋਂ ਫਿਰ ਮੀਟ ਵੀ ਖਾਣਾ ਸ਼ੁਰੂ ਕਰ ਸਕਦੇ। ਭਾਵ ਹੌਲੀ ਹੌਲੀ ਇੱਕ ਬਿਮਾਰੀ ਤੋਂ ਦੂਰ, ਦੂਜੀ ਬਿਮਾਰੀ ਤੋਂ ਦੂਰ, ਤੀਜੀ ਬਿਮਾਰੀ ਤੋਂ ਦੂਰ, ਫਿਰ ਹਰ ਇੱਕ ਬਿਮਾਰੀਆਂ ਤੋਂ ਦੂਰ ਹੁੰਦੇ ਹੁੰਦੇ ਕਲਾਮ ਦੇ ਵਿੱਚ ਵੱਧਦੇ ਜਾਓਗੇ ਤੇ ਦੁਨੀਆਦਾਰੀ ਦੇ ਵਿੱਚ ਘਟਦੇ ਜਾਓਗੇ। ਐਂਡ ਫਿਰ ਤੁਸੀਂ ਇਸੇ ਤਰ੍ਹਾਂ ਇਸ ਯੂਨੀਵਰਸਿਟੀ ਜਿਹੜੀ ਕਿ ਖੁਦਾ ਦੀ ਯੂਨੀਵਰਸਿਟੀ ਉਹਦੇ ਵਿੱਚ ਤੁਸੀਂ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ, ਸੱਤਵੀਂ, 8ਵੀਂ, 9ਵੀਂ, 10ਵੀਂ, 11ਵੀਂ, 12ਵੀਂ ਤੇ 13ਵੀਂ, 14ਵੀਂ ਤੁਸੀਂ ਸਾਰੀਆਂ ਕਲਾਸਾਂ ਉੱਤੇ ਦੇ ਉੱਤੇ ਪੌੜੀਆਂ ਦੇ ਵਾਂਗੂ ਚੜ੍ਹਦੇ ਜਾਓਗੇ ਤੇ ਖੁਦਾ ਦੇ ਫਰਿਸ਼ਤੇ ਆਪ ਤੁਹਾਨੂੰ ਚੜਾਉਂਦੇ ਜਾਣਗੇ ਨਾ। ਤੇ ਜੇ ਕੋਈ ਥੱਲੇ ਤੁਹਾਡਾ ਕਾਰਪੇਟ ਖਿੱਚਣ ਦੀ ਕੋਸ਼ਿਸ਼ ਵੀ ਕਰੇ ਕਿ ਖਿੱਚ ਕੇ ਥੱਲੇ ਤੁਹਾਨੂੰ ਲੈ ਕੇ ਆਣਾ ਤੇ ਖੁਦਾ ਦੇ ਫਰਿਸ਼ਤੇ ਮਦਦ ਕਰਨਗੇ ਤੁਹਾਨੂੰ ਉੱਪਰ ਲੈ ਕੇ ਆਉਣ, ਬਸ਼ਰਤੇ ਤੁਸੀਂ ਆਪਣੀ ਤਾਕਤ ਉਹਨਾਂ ਲੋਕਾਂ ਉੱਤੇ ਲਾਉਣ ਦੀ ਬਜਾਏ ਖੁਦਾ ਦੇ ਉੱਤੇ ਖਰਚ ਕਰਕੇ ਤੁਸੀਂ ਦੇਖੋ ਨਾ। ਤੁਸੀਂ ਆਪਣੇ ਜਿਹੜੇ ਮਤਲਬ ਤੁਸੀਂ ਕੋਸ਼ਿਸ਼ ਕਰਦੇ ਰਹਿਣਾ ਜਿਹੜਾ ਆ ਉਹ ਹੈਗਾ ਆ, ਤੁਸੀਂ ਉੱਥੇ ਰਹਿਣ ਦੀ ਕੋਸ਼ਿਸ਼ ਕਰਨਾ। ਤੁਹਾਡੇ ਪਾਰਟਨਰ ਨੂੰ ਤੁਹਾਡੀ ਹੈਲਪ ਕਰਨੀ ਚਾਹੀਦੀ ਆ। ਜੇ ਤੁਸੀਂ ਫਰਜ਼ ਕੀਤਾ ਉਦਾਸ ਹੋ ਗਿਆ, ਤੁਹਾਡੇ ਹਸਬੈਂਡ ਨੂੰ ਦਾ ਫਰਜ਼ ਹੈ ਕਿ ਤੁਹਾਨੂੰ ਉਸ ਉਦਾਸੀ ਚੋਂ ਕਲਾਮ ਨਾਲ ਬਾਹਰ ਕੱਢੇ, ਪਿਆਰ ਨਾਲ ਬਾਹਰ ਕੱਢੇ, ਤੁਹਾਨੂੰ ਕਲਾਮ ਨਾਲ ਗੱਲ ਕਰੇ, ਪਿਆਰ ਨਾਲ ਗੱਲ ਕਰੇ, ਉਹਨੂੰ ਪਤਾ ਪਿਆਰ ਦੀ ਗੱਲ ਕਰੇ, ਕਲਾਮ ਦੀ ਗੱਲ ਕਰੇ। ਤੇ ਤੁਸੀਂ ਹੌਲੀ ਹੌਲੀ ਪਾਣੀ ਜਿੱਦਾਂ ਹੁਣ ਤੁਸੀਂ ਕੋਈ ਬੇਹੋਸ਼ ਹੋ ਤੇ ਛਿੱਟੇ ਮਾਰੋ ਪਾਣੀ ਦੇ ਉਹਦੇ ਮੂੰਹ ਦੇ ਉੱਤੇ, ਹੌਲੀ ਹੌਲੀ ਉਹ ਹੋਸ਼ ਚ ਆਏ। ਏਦਾਂ ਹੀ ਤੁਸੀਂ ਵੀ ਹੌਲੀ ਹੌਲੀ ਹੋਸ਼ ਚ ਆ ਜਾਓਗੇ। ਜੇ ਇਸ ਤਰ੍ਹਾਂ ਵਾਈਫ ਨੂੰ ਹਸਬੈਂਡ ਦੇ ਨਾਲ ਕਰਨਾ ਚਾਹੀਦਾ ਤਾਂ ਕਿ ਉਹਨਾਂ ਨੂੰ ਹੋਸ਼ ਚ ਲੈ ਕੇ ਆ ਜਾਵੇ ਨਾ। ਤੇ ਜਿਹੜੇ ਬੁਰੇ ਖਿਆਲਾਂ ਦੀ ਫੌਜ ਆ, ਤੁਸੀਂ ਦੱਸਦੇ ਨਹੀਂ ਤੁਹਾਨੂੰ ਹੁੰਦਾ ਕਈ ਵਾਰੀ ਤੁਹਾਡੇ ਆਲੇ ਦੁਆਲੇ ਬੁਰੇ ਖਿਆਲਾਂ ਦੀ, ਨਸ਼ਿਆਂ ਨਾਲ ਭਰੇ ਖਿਆਲਾਂ ਦੀ, ਹੋਰ ਨਾਲ ਭਰੇ ਹੋਏ ਖਿਆਲਾਂ ਦੀ, ਹੋਰ ਮਤਲਬ ਗੰਦੀਆਂ ਚੀਜ਼ਾਂ ਦੇ ਭਰੇ ਖਿਆਲਾਂ ਦੀ ਫੌਜ ਆ ਜਾਂਦੀ। ਜਿੱਦਾਂ ਆਰਮੀ ਨਹੀਂ ਹੁੰਦੀ, ਪੂਰੀ ਫੌਜ ਦੀ ਫੌਜ ਤੋਂ ਡੇਰਾ ਮਾਰ ਲੈਂਦੀ ਆ ਤੇ ਖਿਆਲਾਂ ਦੀ, ਉੱਥੇ ਹਾ 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 ਹੋਈ ਜਾਂਦੀ ਉੱਚੀ ਉੱਚੀ। ਬਸ ਤੁਸੀਂ ਉਸ ਫੌਜ ਦੇ ਨਾਲ ਜਿੱਤਣਾ ਹੋ। ਇਹਨੂੰ ਕਿਹਾ ਗਿਆ ਸੀਗਾ ਕਿ ਮੈਨੂੰ ਸਿਰਫ 300 ਚਾਹੀਦੇ ਆ ਤੇ ਤੁਸੀਂ ਪਰ ਉਹਨੇ ਉਹਨਾਂ 300 ਨੂੰ ਪੂਰੇ ਲੱਖ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਦਿਖਾਈ, ਉਹਨਾਂ ਨੂੰ ਵੰਡ ਦਿੱਤਾ ਥਾਵਾਂ ਥਾਵਾਂ ਤੇ। ਐਸੇ ਤਰ੍ਹਾਂ ਤੁਸੀਂ ਆਪਣੇ ਜਿਹੜੇ ਅੱਛੇ ਖਿਆਲ ਤੁਹਾਨੂੰ ਬੇਸ਼ੱਕ ਥੋੜੇ ਹੋਣ, ਜਿੱਦਾਂ ਕਿ ਭਾਵੇਂ ਹੋਵੇ ਏਕ ਔਰ ਹੋਵੇ ਨੇਕ, ਥੋੜੇ ਜਿਹੇ ਖਿਆਲ ਜਿਹੜੇ ਆ ਪਰ ਉਹ ਖੁਦਾ ਨਾਲ ਭਰੇ ਹੋਏ ਖਿਆਲ ਆ, ਖੁਦਾ ਦੀ ਤਾਕਤ ਨਾਲ ਭਰੇ ਹੋਏ ਖਿਆਲ, ਉਹ ਕਰੋੜਾਂ ਗਲਤ ਵਿਚਾਰਾਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ। ਤੇ ਉਹ ਤੁਸੀਂ ਉਹਨੂੰ ਫਿਰ ਤੁਸੀਂ ਦਰਕਾਰਦੇ ਆ ਨਾ। ਤੇ ਜਦੋਂ ਤੁਸੀਂ ਮਤਲਬ ਦੇਖਦੇ ਕਿ ਤੁਸੀਂ ਉਹਨਾਂ ਨੂੰ ਤੁਸੀਂ ਜਿਹੜੇ ਬੁਰੇ ਖਿਆਲ ਆ ਉਹਨਾਂ ਨੂੰ ਸਜ਼ਾ ਦੇਣੀ ਹੈ। ਇਹ ਨਹੀਂ ਕਿ ਉਹਨਾਂ ਲਈ ਸੌਰੀ ਫੀਲ ਕਰਨਾ ਸ਼ੁਰੂ ਕਰ ਲੈਣਾ। ਸਜ਼ਾ ਕਿੱਦਾਂ ਦੋਗੇ? ਜਦੋਂ ਤੁਸੀਂ ਉਹਨਾਂ ਨੂੰ ਕੱਟੋਗੇ, ਵੱਢੋਗੇ, ਸੁੱਟੋਗੇ। ਮੈਂ ਇੱਥੇ ਮੈਨੂੰ ਇੱਕ ਚੀਜ਼ ਆ ਰਹੀ, ਵਾਹਿਗੁਰੂ ਜੀ ਮੈਨੂੰ ਕਹਿ ਰਹੇ ਕਿ ਜੇ ਕੋਈ ਕੁੜੀ ਆਪਣੇ ਬੱਚੇ ਤੋਂ ਪਰੇਸ਼ਾਨ ਹੈ ਕਿ ਉਹਦਾ ਬੱਚਾ ਉਹਨੂੰ ਮਾਰਦਾ ਹੈ ਤੇ ਜਾਂ ਉਹਦਾ ਕੋਈ ਬੱਚਾ ਉਹਨੂੰ ਡਿਸਟਰਬ ਕਰਦਾ, ਉਹ ਕੁੜੀ ਦਾ ਮਤਲਬ ਕੀ ਆ? ਉਹ ਕੀ ਕਰੇ, ਇੱਕ ਪੇਜ ਲੈ ਕੇ ਜਿੱਦਾਂ ਮੂਹਰੇ ਇੱਕ ਮੈਂ ਤੁਹਾਨੂੰ ਦਿਖਾਉਣੀ ਆ, ਉਹ ਕੰਮ ਕਰੇ ਇੱਧਰ ਇੱਕ ਕਿਤਾਬ ਲਵੇ, ਏਦਾਂ ਦੀਆਂ ਹਰ ਤਰ੍ਹਾਂ ਦੀ ਮਿਲ ਜਾਂਦੀ ਹੈ, ਏਦਾਂ ਦੀ ਕਿਤਾਬ ਲਵੇ, ਉਹਦੇ ਉੱਤੇ ਉਹਨੂੰ ਉਹ ਇੱਕ ਕਲਰ ਦੇ ਦੇਵੇ, ਉਹਨੂੰ ਕਵੇ, ਉਹਨੂੰ ਲਿਖ ਦੇਵੇ ਵੱਡੇ ਲਫ਼ਜ਼ਾਂ ਦੇ ਵਿੱਚ
ਯਿਸੂ ਮੁਕਤੀਦਾਤਾ, ਯਿਸੂ ਮੁਕਤੀਦਾਤਾ। ਉਹਨੂੰ ਕਹੇ ਸਾਰੇ ਚੈਪਟਰ ਭਰ ਦੇ ਲਿਖ ਕੇ ਯਿਸੂ ਮੁਕਤੀਦਾਤਾ। ਹੁਣ ਇਮੈਜਿਨ ਕਰ ਯਿਸੂ ਕਿੱਦਾਂ ਦਾ ਲੱਗਦਾ, ਹੁਣ ਇਮੈਜਿਨ ਕਰ ਯਿਸੂ ਬੋਲਦਾ ਕਿੱਦਾਂ ਦਾ ਲੱਗਦਾ। ਉਹਨੂੰ ਬੱਚੇ ਨੂੰ ਆਪੇ ਵੀ ਲਿਖੇ, ਬੱਚੇ को भी लिखाई जावे, आपे भी लिखे बच्चे को भी लिखाई जावे, ਉਹਨੂੰ ਲਿਖਾਈ ਜਾਵੇ ਉਹਦੇ ਕੋਲ ਯਿਸੂ 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 ਕਰਕੇ ਪੂਰਾ ਚੈਪਟਰ ਭਰਾ ਦੇਵੇ। ਉਸ ਤੋਂ ਪਿੱਛੋਂ ਫਿਰ ਉਹਨੂੰ ਅੱਛੇ ਦਾ ਟੋਏ ਦੇਵੇ ਕਿ ਕਿਉਂ ਤੂੰ ਬੁਰਾ ਕੰਮ ਕਰ ਲਿਆ, ਉਹਨੂੰ ਆ ਲੈ ਲੈ। ਉਹਨੂੰ ਉਹਦੇ ਖਿਆਲਾਂ ਤੋਂ ਤੋੜਨ ਲਈ ਬਹੁਤ ਜ਼ਰੂਰੀ ਆ। ਮੈਂ ਜਿਹੜੀ ਕੁਛ ਮੈਨੂੰ ਆਈ ਸੀ ਥੋੜੀ ਤੁਹਾਨੂੰ ਦੇ ਦਿੱਤੀ ਹੈ ਨਾ। ਇਸ ਕਰਕੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਅਗਰ ਫਰਜ਼ ਕੀਤਾ ਅਸੀਂ ਕੋਈ ਵੀ ਹੋਰ ਕਿਸੇ ਵੀ ਪ੍ਰੋਫੈਸ਼ਨਲ ਦੇ ਵਿੱਚ ਪ੍ਰੋਫੈਸ਼ਨ ਚ ਹੈਗੇ, ਅਸੀਂ ਉਹਨੂੰ ਦਿਲ ਤੋਂ ਨਹੀਂ ਕੰਮ ਕਰਦੇ ਤੇ ਅਸੀਂ ਉਸ ਮਤਲਬ ਅਸੀਂ ਉਹਦੇ ਲਈ ਉਹ ਜੌਬ ਸਾਡੇ ਲਈ ਫਿਰ ਮਤਲਬ ਅਸੀਂ ਉਹਨੂੰ ਜ਼ਿਆਦਾ ਦੇਰ ਨਹੀਂ ਰੱਖ ਸਕਦੇ। ਇਸੇ ਤਰ੍ਹਾਂ ਜਦੋਂ ਅਸੀਂ ਖੁਦਾ ਦਾ ਕੰਮ ਦਿਲ ਨਾਲ ਨਹੀਂ ਕਰ ਸਕਦੇ ਤਾਂ ਦੂਜੇ ਲੋਕੀ ਤਿਆਰ ਖੜੇ ਆ ਭਾਈ ਜਿਨ੍ਹਾਂ ਦੇ ਹੱਥ ਤੇ ਉਹ ਰੱਖ ਦਊਗਾ। ਐਂਡ ਉਹਨੇ ਵਾਅਦਾ ਕੀਤਾ ਆ, ਉਹਨੇ ਕਿਹਾ ਆ ਕਿ ਅੰਧਕਾਰ ਦੇ ਵਿੱਚ ਜਿਹੜੇ ਰਾਜ ਦੇ ਪੁੱਤਰ ਧੀਆਂ ਆ ਉਹ ਉਸ ਵੇਲੇ ਅੰਤ ਦੇ ਯੁੱਗ ਜਿਹਨੂੰ ਸਾਨੂੰ ਕਿਹਾ ਹੈ ਕਿ ਯੁੱਗ ਦੇ ਅੰਤ ਵੇਲੇ ਵਾਢੀ ਹੋਵੇਗੀ। ਜਿਹੜੇ ਸਾਨੂੰ ਸਾਫ਼ ਦੱਸਿਆ ਗਿਆ ਇਹਦੇ ਵਿੱਚ ਕਿ ਜਿਹੜੇ ਲੋਕੀ ਹੈ ਨਾ ਨਹੀਂ ਉਸ ਵੇਲੇ ਆਪਣੇ ਆਪ ਨੂੰ ਵਿਚਾਰੋਗੇ ਤੇ ਉਹਨਾਂ ਨੂੰ ਜਿੱਦਾਂ ਕਣਕ ਦੇ ਵਿੱਚੋਂ ਜੰਗਲੀ ਬੂਟੇ ਨੂੰ ਅੱਡ ਕਰ ਦਿੱਤਾ ਗਿਆ, ਉਹਨਾਂ ਨੂੰ ਅੱਡ ਕਰਨਗੇ ਦੂਤ ਤੇ ਫਿਰ ਤੂੜੀ ਜਿਹੜੀ ਅੱਡ ਕੀਤੀ ਹੋਈ ਉਹਨੂੰ ਅੱਗ ਵਿੱਚ ਝੋਕਣਗੇ। ਦੱਸਿਆ ਹੈ ਸਾਫ਼ ਲਫ਼ਜ਼ਾਂ ਦੇ ਵਿੱਚ। ਸੋ ਸਾਨੂੰ ਇੱਥੇ ਮਤਲਬ ਜੇ ਸਾਨੂੰ ਜਿਹੜਾ ਕੁਛ ਵੀ ਸਾਨੂੰ ਮਿਲਿਆ ਹੈ, ਹੁਣ ਫਰਜ਼ ਕੀਤਾ ਤੁਹਾਡੇ ਕੋਲ ਜੌਬ ਹੈਗੀ, ਤੁਸੀਂ ਸਿਰਫ ਮਤਲਬ ਆਫਿਸ ਜੌਬ ਹੈ ਮੇਰੇ ਕੋਲ ਵੀ ਰਹੀ ਹੈ ਹਨਾ, ਤੇ ਤੁਸੀਂ ਉੱਥੇ ਬੈਠ ਕੇ ਸਿਰਫ ਚਾਹ ਦੇ ਕਾਪੀ ਪੀ ਜਾਂਦੇ ਆ, ਫੋਨ ਹੀ ਕਰੀ ਜਾਂਦੇ ਆ ਤਾਂ ਆਹ ਤੇ ਨਹੀਂ, ਉਹ ਤੁਹਾਡੇ ਕੋਲ ਲੈ ਕੇ ਕਿਸੇ ਹੋਰ ਨੂੰ ਦੇ ਦਿੱਤੀ ਜਾਵੇਗੀ ਕਿਉਂਕਿ ਦੂਸਰਾ ਪਰਸਨ ਤੁਹਾਡੇ ਕੱਪ ਵਿੱਚ ਚਾਹ ਪੀਵੇਗਾ ਜਿਹੜਾ ਤੁਹਾਨੂੰ ਪੀਣ ਲਈ ਚਾਹ ਦਿੱਤਾ ਗਿਆ ਸੀ। ਉੱਥੇ ਤੁਹਾਡੀ ਚੇਅਰ ਤੇ ਬੈਠੇਗਾ ਜਿਹੜੀ ਤੁਹਾਨੂੰ ਬੈਠਣ ਲਈ ਦਿੱਤੀ ਸੀ, ਤੁਹਾਡੇ ਕੰਪਿਊਟਰ ਤੇ ਹੋਰ ਚੀਜ਼ਾਂ ਕਰੇਗਾ ਜਿਹਦਾ ਤੁਹਾਨੂੰ ਕਰਨ ਨੂੰ ਦਿੱਤਾ ਗਿਆ ਸੀ। ਐਗਜ਼ੈਕਟਲੀ ਸੇਮ ਵੇ ਜਦੋਂ ਅਸੀਂ ਆਪਣੇ ਰਿਸ਼ਤਿਆਂ ਨੂੰ ਨਹੀਂ ਸੰਭਾਲਦੇ, ਸਾਡੇ ਪਾਰਟਨਰਸ ਨੂੰ ਖੁਦਾ ਉਸੇ ਤਰ੍ਹਾਂ ਲੈ ਕੇ ਹੋਰ ਕਿਤੇ ਰੱਖ ਦੇਗਾ ਜੇ ਅਸੀਂ ਉਹਨੂੰ ਨਹੀਂ ਸੋਹਣੇ ਤਰੀਕੇ ਦੇ ਨਾਲ ਯੂਟਿਲਾਈਜ਼ ਕਰਾਂਗੇ। ਜਿਹੜੇ ਕੰਮ ਲਈ ਉਸਨੂੰ ਦਿੱਤੇ ਗਏ, ਜਿਹੜੇ ਕੰਮ ਕਰਨ ਲਈ ਉਸ ਨੂੰ ਦਿੱਤੇ ਗਏ, ਅਸੀਂ ਅਗਰ ਨਹੀਂ ਕਰਾਂਗੇ ਤੇ ਅਸੀਂ ਲੂਜ਼ ਕਰ ਲਵਾਂਗੇ। ਅੱਛੀ ਜੌਬ ਦੀ ਤਰ੍ਹਾਂ, ਅੱਛੇ ਪਾਰਟਨਰ ਦੀ ਤਰ੍ਹਾਂ, ਅੱਛੇ ਮਾਂ ਜਾਂ ਬਾਪ ਦੀ ਤਰ੍ਹਾਂ ਅਸੀਂ ਸੈਕਰੀਫਾਈਸ ਕਰਨ ਤੋਂ ਡਰਦੇ ਆ ਨਾ, ਗਲਤ ਖਿਆਲਾਂ ਨੂੰ ਸਜ਼ਾ ਦੇਣ ਤੋਂ ਡਰਦੇ ਆ ਨਾ, ਤੇ ਜਿਹੜੇ ਬੁਰੇ ਖਿਆਲ ਆ ਉੱਥੇ ਬੈਠ ਕੇ ਗਲਤ ਖਿਆਲਾਂ ਤੇ ਭੰਗੜਾ ਪਾਉਣਗੇ, ਬਾਗੀਆਂ ਪਾਉਣਗੇ। ਪਰ ਜੇ ਤੁਸੀਂ ਉਹਨਾਂ ਨੂੰ ਸਜ਼ਾ ਦੇਣ ਤੋਂ ਨਹੀਂ ਡਰਦੇ, ਜਿਹੜੀ ਸਜ਼ਾ ਦੇਣ ਲਈ ਖੁਦਾ ਨੇ ਕਿਹਾ ਸੀਗਾ ਉਹਨਾਂ ਨੂੰ ਲੋਕਾਂ ਨੂੰ ਕਿ ਇੱਥੇ ਪਿੰਡਾਂ ਦੇ ਪਿੰਡ ਖਤਮ ਕਰੋ ਕਿਉਂਕਿ ਇਹ ਜਿਹੜੇ ਆ ਇਹ ਬੁਰਾਈ ਨਾਲ ਵੱਧ ਚੁੱਕਿਆ। ਹੁਣ ਇੱਥੇ ਅਸੀਂ ਇਹੀ ਚੀਜ਼ ਦੇਖਦੇ ਕਿ ਬੁਰਾ ਖਿਆਲ ਜਿਹੜਾ ਉਹ ਵੀ ਜਨਮ ਦਿੰਦਾ ਹੈ ਬਹੁਤ ਬੁਰਾਈ ਦੀ ਵੱਡੇ ਆਤਮਾ ਨੂੰ ਹਨਾ, ਫਿਰ ਉਹ ਬੁਰਾਈ ਦੇ ਵਿੱਚ ਭਰ ਜਾਂਦਾ ਹੈ। ਸੋ ਅਸੀਂ ਜਿਹੜਾ ਅੱਜ ਜਿਹੜਾ ਤੁਹਾਡੇ ਨਾਲ ਸ਼ਾਇਦ ਕਾਫੀ ਵਾਈਡ ਹੋ ਗਿਆ ਸੈਸ਼ਨ, ਪਰ ਇਹਦੇ ਵਿੱਚ ਖੁਦਾ ਵੀ ਯਿਸੂ ਮਸੀਹ ਦਾ ਦਿਮਾਗ ਆਮ ਤਰੀਕੇ ਨਾਲ ਨਹੀਂ ਤੁਹਾਨੂੰ ਮਿਲ ਸਕਦਾ। ਜੇ ਤੁਸੀਂ ਚਾਹੋ ਕਿ ਸਾਡੇ ਕੋਲ ਖੁਦਾ ਵੀ ਯਿਸੂ ਮਸੀਹ ਦਾ ਦਿਮਾਗ ਵੀ ਹੋਵੇ, ਉਹਦੇ ਵਰਗਾ ਦਿਲ ਆ ਜਾਵੇ, ਉਹਦੇ ਵਰਗਾ ਦਿਮਾਗ ਆ ਜਾਵੇ, ਉਹਦੇ ਵਰਗੀ ਸੋਚ ਆ ਜਾਵੇ, ਉਹਦੇ ਵਰਗੀ ਤਾਕਤ ਆ ਜਾਵੇ ਤੇ ਬੁਰਾਈ ਤੋਂ ਕਿਨਾਰਾ ਕਰਨਾ ਪਵੇਗਾ, ਇੱਛਾਈ ਦੇ ਮਿੱਦਾਂ ਦਾਮੀ ਫੜਨਾ ਪਵੇਗਾ, ਆਪਣੇ ਆਪ ਨੂੰ ਲੋਕਾਂ ਦੀਆਂ ਜਿਹੜੀਆਂ ਪੁੱਠੀਆਂ ਸਿੱਧੀਆਂ ਧਿੱਤਾਂ ਆ ਉਹਨਾਂ ਤੋਂ ਵੀ ਪਰੇ ਹੋਣਾ ਪਏਗਾ, ਆਪਣੇ ਆਪ ਨੂੰ ਅੱਡ ਕਰਨਾ ਪਏਗਾ, ਉਹਨਾਂ ਤੋਂ ਅੱਡ ਕਰਨਾ ਪਏਗਾ। ਜਿਹੜਾ ਤੁਹਾਨੂੰ ਦਿੱਤਾ ਉਹਨੂੰ ਸੰਭਾਲਣਾ ਪਏਗਾ, ਜਿਹੜਾ ਤੁਸੀਂ ਬੀਜਿਆ ਉਹਨੂੰ ਅੱਛੇ ਤਰੀਕੇ ਨਾਲ ਵੱਢਣਾ ਪਏਗਾ ਤਾਂ ਕਿ ਤੁਹਾਡੇ ਕੋਲ ਜਿਹੜਾ ਸ਼ੈਤਾਨ ਆ ਉਹ ਖੋ ਕੇ ਨਾ ਲੈ ਜਾਏ। ਜਿੱਦਾਂ ਸਾਨੂੰ ਇੱਥੇ ਸਿਖਾਇਆ ਗਿਆ ਆ, ਦਿੱਤੀ ਗਈ ਉਦਾਹਰਨ ਮਤਲਬ ਦ੍ਰਿਸ਼ਟਾਂਤਾਂ ਵਿੱਚ ਪਹੇਲੀਆਂ ਦੇ ਵਿੱਚ ਕਿ ਜਿਹੜਾ ਪਹੇ ਤੇ ਡਿੱਗਿਆ ਉਹਨੂੰ ਦੁਸ਼ਟ ਚੋਰੀ ਕਰਕੇ ਲੈ ਗਿਆ, ਜਿਵੇਂ ਕੰਡਿਆਂ ਵਿੱਚ ਡਿੱਗਿਆ ਉਹਨੇ ਕੀ ਕਰ ਲਿਆ ਕਿ ਮਤਲਬ ਉਹ ਖਰਾਬ ਹੋ ਗਿਆ ਕਿ ਚੀਰਿਆ ਗਿਆ ਹਨਾ। ਤੇ ਸੋ ਇਸ ਕਰਕੇ ਤੁਸੀਂ ਕੋਸ਼ਿਸ਼ ਕਰਨਾ ਕਿ ਸਾਰਾ ਜਿਹੜਾ ਵਚਨ ਆ ਉਹ ਤੁਹਾਡੇ ਲਈ ਹੀ ਹੋਵੇ। ਮਤਲਬ ਮੈਂ ਆਸ ਕਰਦੀ ਹਾਂ ਕਿ ਖੁਦਾ ਇਹ ਸਾਰਾ ਵਚਨ ਤੁਹਾਡੇ ਕੋਲ 100 ਗੁਣਾ ਫਲ ਲੈ ਕੇ ਆਵੇ, ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਤੁਹਾਨੂੰ ਖੁਸ਼ੀ ਮਿਲੇ ਹਨਾ, ਤਾਂ ਤੁਸੀਂ ਆਪਣੇ ਪਰਿਵਾਰਾਂ ਨੂੰ ਸੋਹਣੇ ਤਰੀਕੇ ਨਾਲ ਲੁੱਕ ਆਫਟਰ ਕਰ ਸਕੋ। ਕਿਹੜਾ ਪਰਸਨ ਜਿਹੜਾ ਉਹ ਨਿੰਬੂ ਦੇ ਰੂਪ ਦੇ ਵਿੱਚ ਤੁਹਾਡੇ ਕੋਲ ਆਇਆ ਹੈ, ਐਕਚੁਅਲੀ ਉਹ ਨਿੰਬੂ ਆ ਪਰ ਉਹਨੇ ਆਪਣੇ ਉੱਤੇ ਰੰਗ ਚਾੜਿਆ ਹੋਇਆ ਆ, ਰੰਗ ਕੀਤਾ ਹੋਇਆ ਉਹਨੂੰ ਸੰਤਰੇ ਦਾ, ਉਹ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਉਹਦਾ ਕੀ ਕਰਨਾ। ਜਿਹੜਾ ਤੁਹਾਨੂੰ ਪਤਾ ਕਿ ਸੰਤਰਾ ਆ ਪਰ ਜਾਣ ਕੇ ਉਹਦੇ ਉੱਤੇ ਨਿੰਬੂ ਲਾ ਦਿੱਤਾ ਗਿਆ ਕਿ ਤੁਸੀਂ ਜਦੋਂ ਟੇਸਟ ਕਰੋ ਖੁਦ ਸ਼ੈਤਾਨ ਏਦਾਂ ਦੀ ਚੀਜ਼ਾਂ ਕਰਦੇ, ਪਰ ਤੁਹਾਨੂੰ ਫਰਕ ਪਤਾ ਹੋਣਾ ਚਾਹੀਦਾ। You have to be, sensible enough in order to be able to discernment. The spirit of discernment should take over ਤੁਹਾਡੇ ਵਿੱਚ। ਮਤਲਬ ਪਰਖ ਕਰਨ ਦੀ ਜਿਹੜੀ ਰੂਹ ਆ ਉਹ ਤੁਸੀਂ ਖੁਦਾ ਕੋਲ ਮੰਗੋਗੇ ਤਾਂ ਦੇ ਦੂਗਾ ਤੁਹਾਨੂੰ ਪਰਖ ਕਰਨ ਦਾ ਆਤਮਾ, ਕਿਉਂਕਿ ਖੁਦਾ ਨੇ ਕਿਹਾ ਕਿ ਮੈਂ ਲੋਕਾਂ ਕੋਲੋਂ ਪਰਖਿਆ ਨਹੀਂ ਜਾਂਦਾ ਪਰ ਲੋਕਾਂ ਦੀ ਪਰਖ ਕਰਦਾ ਹੈ ਆਤਮਾ। ਤੁਸੀਂ ਉਹਨੂੰ ਕਹੋ ਪਿਤਾ ਜੀ ਮੈਨੂੰ ਪਰਖ ਕਰਨ ਦਾ ਆਤਮਾ ਦੇ ਤਾਂ ਕਿ ਜਿਹੜੇ ਲੋਕੀ ਮੇਰੇ ਨਾਲ ਕਮਿਊਟ ਕਰਦੇ ਆ ਮੈਂ ਉਹਨਾਂ ਨੂੰ ਪਰਖ ਸਕਾਂ। ਤੇ ਰਿਫਿਊਜ਼ ਕਰਨਾ ਵੀ ਆਤਮਾ ਦੇ, ਜਦੋਂ ਬਾਰ-ਬਾਰ ਮੇਰੇ ਤੇ ਆ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਕਿ ਆਹ ਨਹੀਂ ਕਰੂੰਗਾ ਤਾਂ ਮੈਂ ਆਹ ਕਰ
दूंगा, आ नहीं करूंगा तो मैं कर दूंगा, क्योंकि शैतान है, जो शैतान है। मैं इतने लोगों को देखा इदा के मतलब जेडे कि अपने आप सो कोल्ड खादम कहते हैं, मैं उन्होंने देखा गरीबों को डराउंदियां जाके, उन्होंने डराउंदे धमकाउंदियां कि उन्होंने मंगदे तो भी वर्ष होके उन्होंने घरे गया कि आ चीज मैनू दो, क्योंकि वो लोग जेडे वो नहीं बिल्कुल समझते कि जेड़ा उन्होंने कह ते आने होना, वो कह देंगे जो तुसी आज उच्चे पहुंच गए तो कल तो नीवे भी कर दिता जा सकता। ते मतलब नीवा करने वाला कौन है? शैतान। उच्चा करने वाला खुदा है। जे उच्चा करने वाले ने ओदा हाथ फड़या है, मेरा हाथ फड़ा है, ते नीवा करने वाला जिन्हें मर्जी कोशिश करते रहे, उच्चा करने वाले का हाथ नीवा करने वाले नालों वड्डा है ना। शैतान ते आपे उसे थां ते इसे करके आना क्योंकि ऊंचाई उन्हें छड्डनी, उन्हें छड्ड दित्ती ऊंचाई, उन्हें डिगना पिया। जो उन्हें ऊंचाई नहीं पसंद होंदी ते खुदा तो उत्ते जाण लई ना सोचदा, वो सोचदा कि मैं खुदा दे मैं ओदे खंभा थल्ले रह के ही खुश हां, मैं ओदी ठंडी छां दे विच ही खुश हां, जेड़ा मैनूं हुक्म देगा वो करके ओनू मैं पहला छेती छेती काम करना कि ओदा करके आके खड़े हो जाना, ताकि मैनूं फिर होर हुक्म देवे ना। ਜਿਹੜਾ ਆਪਣੇ ਦੁਨਿਆਵੀ ਪਿਓ ਨੂੰ ਵੀ ਖੁਸ਼ ਕਰਨ ਲਈ ਇਦਾਂ ਕਰਦਾ। ਮੈਨੂੰ ਚੇਤਾ ਹੈ ਮੈਂ ਬਹੁਤ ਨਿੱਕੀ ਸੀ ਜਦੋਂ ਮੇਰੇ ਪਾਪਾ ਦੀ ਡੈਥ ਹੋ ਗਈ ਤੇ ਮੈਨੂੰ ਪਾਪਾ ਨੇ ਕਿਹਾ ਇੱਕ ਵਾਰੀ, ਮੰਮੀ ਕਹਿ ਰਹੀ ਕਿ ਆਖੇ ਨਹੀਂ ਲੱਗਦੀ, ਤੇ ਪਾਪਾ ਕਹਿੰਦੇ ਅੱਛਾ ਆਖੇ ਨਹੀਂ ਲੱਗਦੀ। ਉਹਨਾਂ ਨੇ ਮੈਨੂੰ ਕਹਿੰਦੇ ਪਾਣੀ ਦਾ ਗਲਾਸ ਲੈ ਕੇ ਆ, ਤੇ ਮੈਂ ਪਾਣੀ ਦਾ ਗਲਾਸ ਲਿਆ ਕੇ ਉਹਨਾਂ ਦੇ ਮੂਹਰੇ ਉਹਨਾਂ ਨੂੰ ਦੇ ਕੇ ਮੈਂ ਛੋਟੀ ਜਿਹੀ ਤੇ ਮੈਂ ਏਦਾਂ ਖੜੀ ਹੋ ਗਈ ਜਿੱਦਾਂ ਜਨਮਨ ਗਨ ਜਿੱਦਾਂ ਤਰਾਨਾ ਹੁਣ ਗਾਉਣਾ ਹੋਵੇ। ਤੇ ਮੇਰੇ ਪਾਪਾ ਕਹਿੰਦੇ ਹੋਰ ਕੀ ਚਾਹੁੰਦੀ ਬੱਚੀ ਕੋਲ, 5 ਸਾਲ ਤੋਂ ਵੀ ਛੋਟੀ 4 ਸਾਲ ਦੇ ਬੱਚੇ ਚੁੱਪ ਨੇ, ਇੰਨੀ ਓਬੀਡੀਐਂਸ ਆ ਉਹਦੇ ਚ, ਉਹਨੇ ਫਟਾਫਟ ਪਾਣੀ ਲਿਆ ਕੇ ਦਿੱਤਾ, ਹੋਰ ਕੀ ਤੂੰ ਚਾਹੁੰਦੀ ਹੈ। ਸਾਨੂੰ ਪਤਾ ਕੀ ਚਾਹੀਦਾ, ਸਾਨੂੰ ਆਪਣੇ ਖੁਦਾ ਦੀ ਹਜ਼ੂਰ ਦੇ ਵਿੱਚ ਹਰ ਵੇਲੇ ਉਹਦਾ ਬਚਨ ਸੁਣਨ ਲਈ ਐਸੇ ਤਰ੍ਹਾਂ ਲੱਗੇ ਰਹਿਣਾ ਚਾਹੀਦਾ ਜਿੱਦਾਂ ਅਸੀਂ ਆਪਣੇ ਦੁਨਿਆਵੀ ਮਾਵਾ ਪਿਤਾ ਦੀ ਗੱਲ ਮੰਨਦੇ। ਤਾਂ ਸਾਨੂੰ ਤੋਂ ਇਦੋਂ ਵੱਡਾ ਕਿਹਾ, ਉਹਨੇ ਕਿ ਜਿਹੜਾ ਆਪਣੀ ਮਾਂ ਨੂੰ ਮੇਰੇ ਤੋਂ ਜ਼ਿਆਦਾ ਪਿਆਰ ਕਰੂ, ਜਿਹੜਾ ਆਪਣੇ ਪਿਓ ਨੂੰ ਜ਼ਿਆਦਾ ਮੇਰੇ ਤੋਂ ਪਿਆਰ ਕਰੂ, ਆਪਣੇ ਬੱਚੇ ਨੂੰ ਮੇਰੇ ਤੋਂ ਜ਼ਿਆਦਾ ਪਿਆਰ ਕਰੂ, ਆਪਣੇ ਸਹੇਲੀਆਂ ਨੂੰ ਮੇਰੇ ਤੋਂ ਜ਼ਿਆਦਾ ਪਿਆਰ ਕਰੂ, ਉਹ ਮੇਰੇ ਕਾਬਿਲ ਨਹੀਂ ਆ। ਤੇ ਕਿਵੇਂ ਅਸੀਂ ਇਸ ਚੀਜ਼ ਤੋਂ ਡਰ ਜਾਂਦੇ ਸੀ, ਕਹਿੰਦੇ ਹਾਏ ਹਾਏ ਮੇਰਾ ਹਸਬੈਂਡ ਮੈਨੂੰ ਛੱਡ ਕੇ ਚਲਾ ਗਿਆ ਤੇ ਮੈਂ ਕੀ ਕਰੂੰਗੀ, ਹਾਏ ਹਾਏ ਮੇਰੀ ਪਤਨੀ ਮੈਨੂੰ ਛੱਡ ਕੇ ਚਲੀ ਗਈ ਤੇ ਮੈਨੂੰ ਕੀ ਕਰੂਗੀ, ਹਾਏ ਹਾਏ ਮੇਰੇ ਪੁੱਤ ਨੇ ਮੈਨੂੰ ਆ ਕੇ 2 ਦਿਨ ਨਾ ਮਿਲਿਆ, ਉਹਦਾ ਮੈਨੂੰ ਚਿਹਰਾ ਨਾ ਦਿਖਿਆ ਤੇ ਮੈਂ ਕੀ ਕਰੂੰਗੀ। ਤੁਹਾਨੂੰ ਇਹ ਪਤਾ ਨਹੀਂ ਹੈ ਕਿ ਜਦੋਂ ਉਹਨੇ ਕਿਹਾ ਆ ਕਿ ਜਿਹੜਾ ਵੀ ਆਪਣੇ ਪਤੀ ਤੋਂ, ਆਪਣੇ ਪੁੱਤ ਤੋਂ, ਆਪਣੀ ਮਾਂ ਤੋਂ, ਆਪਣੇ ਧੀ ਤੋਂ, ਆਪਣੇ ਪਤਨੀ ਤੋਂ ਜ਼ਿਆਦਾ ਮੈਨੂੰ ਪਿਆਰ ਕਰੂਗਾ, ਉਹ ਮੇਰੇ ਕਾਬਿਲ ਨਹੀਂ। ਜਿੰਨਾ ਤੁਹਾਨੂੰ ਦੁਨੀਆ ਵਾਲੇ ਛੱਡ ਦਿੰਦੇ ਆ, ਜੇ ਤੁਸੀਂ ਆਪਣੇ ਹੱਥਾਂ ਨੂੰ ਸੰਭਾਲ ਕੇ ਰੱਖੋ, ਅੱਖਾਂ ਨੂੰ ਸੰਭਾਲ ਕੇ ਰੱਖੋ, ਕੰਨਾਂ ਨੂੰ ਸੰਭਾਲ ਕੇ ਰੱਖੋ, ਪੈਰਾਂ ਨੂੰ ਸੰਭਾਲ ਰੱਖੋ, ਉਹਨਾਂ ਤੁਸੀਂ ਖੁਦਾ ਦੇ ਨੇੜੇ ਆ। ਜਿਹੜੀਆਂ ਜਿੰਨੀਆਂ ਪੌੜੀਆਂ ਤੁਹਾਡੇ ਦੁਨੀਆਦਾਰੀ ਦੇ ਰਿਸ਼ਤਿਆਂ ਦੇ ਤੁਹਾਡੇ ਦਾਮਨ ਤੁਹਾਡਾ ਛੁੱਟ ਗਿਆ, ਉਹਦੇ ਤੋਂ ਤੁਸੀਂ ਖੁਦਾ ਦੇ ਹੋਰ ਨੇੜੇ ਆ। ਪਤਨੀ ਵੱਲੋਂ ਛੁੱਟ ਗਿਆ, ਤੁਸੀਂ ਖੁਦਾ ਦੇ ਨੇੜੇ ਆ। ਮਾਂ ਵੱਲੋਂ ਛੁੱਟ ਗਿਆ, ਤੁਸੀਂ ਇੱਕ ਪੌੜੀ ਹੋਰ ਚੜ੍ਹ ਲਈ, ਖੁਦਾ ਦੇ ਹੋਰ ਨੇੜੇ ਚੜ੍ਹ ਗਏ। ਭੈਣਾਂ ਵੱਲੋਂ ਛੁੱਟ ਗਿਆ, ਇੱਕ ਪੌੜੀ ਹੋਰ ਅੱਗੇ ਚੜ੍ਹ ਗਏ। ਭਰਾਵਾਂ ਵੱਲੋਂ ਛੁੱਟ ਗਿਆ, ਇੱਕ ਪੌੜੀ ਹੋਰ ਅੱਗੇ ਚੜ੍ਹ ਗਏ। ਬੱਚੇ ਤੁਹਾਨੂੰ ਨਹੀਂ ਐਕਸੈਪਟ ਕਰ ਰਹੇ, ਇੱਕ ਪੌੜੀ ਹੋਰ ਅੱਗੇ ਚੜ੍ਹ ਗਏ, ਹਨਾ। ਤੁਸੀਂ ਖੁਦਾ ਦੇ ਬਹੁਤ ਨੇੜੇ ਆ। ਜਿੰਨੇ ਰਿਸ਼ਤੇ ਤੁਹਾਨੂੰ ਛੱਡ ਕੇ ਜਾਈ ਜਾਂਦੇ ਆ, ਤੁਸੀਂ ਉਹਦੇ ਬਹੁਤ ਨੇੜੇ ਆ। ਸੋ ਇਸ ਕਰਕੇ ਇਸ ਚੀਜ਼ ਤੋਂ ਨਾ ਡਰੋ ਕਿ ਮੇਰਾ ਫਲਾਨਾ ਮੇਰੇ ਨਾਲ ਬੋਲ ਨਹੀਂ ਰਿਹਾ, ਮੇਰੀ ਫਲਾਨੀ ਮੇਰੇ ਨਾਲ ਬੋਲ ਨਹੀਂ ਰਹੀ। ਇਸ ਚੀਜ਼ ਤੋਂ ਖੁਸ਼ ਹੋ ਕਿ ਖੁਦਾ ਨੇ ਬੁਰਾਈ ਨੂੰ ਤੁਹਾਡੇ ਤੋਂ ਦੂਰ ਕਰ ਦਿੱਤਾ, ਬੁਰਾਈ ਨੂੰ ਤੁਹਾਡੇ ਵਿੱਚ ਪਲੇਜ਼ਰ ਨਹੀਂ ਲੱਭਣ ਦੇ ਰਿਹਾ। ਉਹ ਬੁਰਾਈ ਤੁਹਾਡੇ ਵਿੱਚ ਮਤਲਬ ਖੁਸ਼ ਨਹੀਂ ਹੋ ਰਹੀ ਕਿ ਤੁਹਾਡੀ ਬੁਰਾਈ ਨੂੰ ਖੁਸ਼ ਹੋਣ ਲਈ ਤੁਹਾਡੇ ਵਿੱਚ ਕੁਝ ਲੱਭ ਨਹੀਂ ਰਿਹਾ, ਤੇ ਇਸ ਕਰਕੇ ਬੁਰਾਈ ਤੁਹਾਡੇ ਤੋਂ ਦੂਰ ਹੋ ਗਈ ਹੈ ਨਾ। ਸੋ ਸਾਨੂੰ ਹਰ ਵੇਲੇ ਖੁਦਾ ਦੀ ਹਜ਼ੂਰ ਦੇ ਵਿੱਚ ਸ਼ੁਕਰ ਕਰਦੇ ਹੋਏ ਉਹਨੂੰ ਆਪਣੇ ਉੱਤੇ ਮੰਗਣਾ ਚਾਹੀਦਾ, ਤਾਂ ਕਿ ਉਹ ਤੁਹਾਡੇ ਰਾਹੀਂ ਆਪਣਾ ਕੰਮ, ਜਿਹੜੇ ਲੋਕੀ ਘਾਇਲ ਆ ਉਹਨਾਂ ਉੱਤੇ ਮਰਮ ਲਾ ਸਕੇ, ਜਿਹੜੇ ਲੋਕੀ ਮਤਲਬ ਸਾਹ ਨਹੀਂ ਲੈ ਪਾ ਰਹੇ, ਖੁਦਾ ਦਾ ਬਚਨ ਉਹਨੂੰ ਸਾਹ ਦੀ ਤਰ੍ਹਾਂ ਮਿਲ ਸਕੇ, ਜਿਹੜੇ ਲੋਕੀ ਮਤਲਬ ਕਿਸੇ ਵੀ ਹੋਰ ਜਿਹਨਾਂ ਦੀ ਅੱਖਾਂ ਉੱਤੇ ਸ਼ੈਤਾਨ ਨੇ ਆਪਣੀਆਂ ਐਨਕਾਂ ਲਾ ਦਿੱਤੀਆਂ ਕਿਸੇ ਹੋਰ ਰੰਗ ਦੀਆਂ, ਤਾਂ ਕਿ ਖੁਦਾ ਉਹਨਾਂ ਨੂੰ ਸਾਫ਼ ਤਰੀਕੇ ਦੇ ਨਾਲ ਏਦਾਂ ਸਾਫ਼ ਮਤਲਬ ਆਪਣੀਆਂ ਜਿਹੜੀਆਂ ਬਚਨ ਦੀਆਂ ਐਨਕਾਂ ਰਾਹੀਂ ਤੁਹਾਨੂੰ ਕਲਾਮ ਦਿਖਾ ਸਕੇ। ਮੈਂ ਆਸ ਕਰਦੀ ਹਾਂ ਕਿ ਅੱਜ ਦਾ ਜਿਹੜਾ ਬਚਨ ਹੈ ਉਹਦੇ ਵਿੱਚ ਤੁਸੀਂ ਖੁਦਾ ਦੇ ਨਾਲ ਜੁੜ ਗਏ ਹੋਵੋਗੇ, ਤੁਸੀਂ ਉਹ 'ਚ ਰਾਹਤ ਮਹਿਸੂਸ ਕੀਤੀ ਹੋਵੇਗੀ, ਤੁਸੀਂ ਖੁਸ਼ੀ ਮਹਿਸੂਸ ਕੀਤੀ ਹੋਵੇਗੀ, ਤੁਸੀਂ ਵੀ ਉਸੇ ਤਰ੍ਹਾਂ ਖੁਦਾ ਦੇ ਨਾਲ ਜੁੜੇ ਹੋਵੋਗੇ ਜਿਸ ਤਰ੍ਹਾਂ ਮੈਨੂੰ ਖੁਦਾ ਨੇ ਆਪਣੇ ਨਾਲ ਜੋੜਿਆ। ਸੋ ਅਸੀਂ ਇਹਨਾਂ ਵਚਨਾਂ ਦੇ ਨਾਲ ਤੁਹਾਨੂੰ ਨੈਕਸਟ ਸੈਸ਼ਨ ਦੇ ਵਿੱਚ ਮਿਲਦੇ ਹਾਂ। ਚੈਪਟਰ 14 ਦੇ ਵਿੱਚ ਅੱਜ ਅਸੀਂ 13 ਦੋਨੇ ਪੁਰਾਣੇ ਅਜ਼ਨਾਮੇ ਤੇ ਨਵੇਂ ਅਜ਼ਨਾਮੇ ਦੇ ਕਰ ਲਿਆ। ਇਸ ਵਚਨ ਦੇ ਨਾਲ ਮੈਂ ਤੁਹਾਡੇ ਕੋਲੋਂ ਜਿਹੜੇ ਆ ਉਹ ਮਤਲਬ ਮੈਂ ਅਲਵਿਦਾ ਨਹੀਂ ਕਹਿ ਸਕਦੀ, ਮੈਂ ਕਹਿ ਸਕਦੀ ਤੁਹਾਡੇ ਕੋਲ ਥੋੜੀ ਦੇਰ ਇੱਕ ਦਿਨ ਦੀ ਛੁੱਟੀ ਲੈਣੀ ਆ। तेरी मैं करे लूं लूं तू मेरा यसु नासरी, तू मेरा यसु नासरी, इस हिरदे च वस दे तू मेरा यसु नासरी, तू मेरी भूख प्यास भी, तू मेरी अरदास भी। तू वधे मैं घटदी जाऊं, तू वधे मैं घटदी जाऊं, रज़ा तेरी विच रचदी जाऊं, वचन ही पीवा वचन ही खावा, वचन ही बोला वचन ही गावा।
बन चरखी कता तेरा तू मेरा यसु नासरी, तू मेरा यसु नासरी, तेरी महिमा करे लूं लूं, तू मेरा यसु नासरी, तू मेरी भूख प्यास भी, तू मेरी अरदास भी, तू मेरा यसु नासरी। जैन सिद्धि हर्षैन सिद्धि तुसी ते कुलविंदर के अंदर ਮੈਂ ਮਸੀਦੀ ਹੱਸਦੇ ਰਹੋ ਤੇ ਯਿਸੂ ਦੇ ਪਿਆਰ ਦੇ ਵਿੱਚ ਹਮੇਸ਼ਾ ਯਿਸੂ ਦਾ ਕਲਾਮ ਯਿਸੂ ਦੇ ਤਰੀਕੇ ਦੇ ਨਾਲ ਦੁਨੀਆ ਨੂੰ ਦੱਸਦੇ ਰਹੋ। ਆਮੀਨ ਆਮੀਨ।